ਕਾਂਗਰਸ ਦੇ ਪੰਜਾਬ ਦੇ ਪਾਰਟੀ ਮਾਮਲੇ ਦੇ ਇੰਚਾਰਜ ਨਵਜੋਤ ਸਿੱਧੂ ਦੇ ਘਰ ਜਾ ਕੇ ਉਸਦੇ ਜਨਮ ਦਿਨ ਤੇ ਕੇਕ ਕੱਟ ਕੇ ਉਹਦੇ ਮੂੰਹ 'ਚ ਪਾਉਣ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਾਂਗਰਸ ਹਾਈ ਕਮਾਂਡ ਦਾ ਕਿਹੋ ਜਿਹਾ ਥਾਪੜਾ ਹੋਏਗਾ ਨਵਜੋਤ ਸਿੱਧੂ ਨੂੰ। ਨਵਜੋਤ ਸਿੱਧੂ ਨੇ ਕੈਬਨਿਟ ਤੋਂ ਪਾਸੇ ਹੋਣ ਤੋਂ ਬਾਅਦ ਹੁਣ ਜਿਹੜੀ ਇੱਕ ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਲੰਘਿਆ ਹੈ, ਸਦਨ ਲੰਘ ਕੇ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਤੋਂ ਬਾਅਦ ਜੇ ਸਦਨ ਦੇ ਅੰਦਰ ਕਿਸੇ ਨੇ ਕੋਈ ਸਭ ਤੋਂ ਪਹਿਲਾਂ ਭਾਸ਼ਣ ਦਿੱਤਾ ਤਾਂ ਨਵਜੋਤ ਸਿੱਧੂ ਦਾ ਭਾਸ਼ਣ ਸੀ। ਕਾਂਗਰਸ ਦੇ ਸੀਨੀਅਰ ਆਗੂ ਰਵਨੀਤ ਬਿੱਟੂ ਇਹ ਆਖ ਰਹੇ ਹੈ ਕਿ ਨਵਜੋਤ ਸਿੱਧੂ ਦਾ ਜੇ ਦਮ ਘੁੱਟਦਾ ਤਾਂ ਵੱਖਰੀ ਪਾਰਟੀ ਬਣਾ ਲੇ। ਕਿ ਜੋ ਉਹਨਾਂ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਉਹਨਾਂ ਦੇ ਕਹਿਣ ਦੇ ਉੱਤੇ ਮੁੱਖ ਮੰਤਰੀ ਨਵਜੋਤ ਨੂੰ ਟਾਈਮ ਦੇਣ ਲਈ ਤਿਆਰ ਨਹੀਂ ਸੀ ਹੋਏ। ਅਲਟੀਮੇਟਲੀ ਸ਼੍ਰੀਮਤੀ ਸੋਨੀਆ ਗਾਂਧੀ ਦੇ ਬਿਹਾਫ ਤੇ ਮੁੱਖ ਮੰਤਰੀ ਨੂੰ ਇਹ ਸੁਨੇਹਾ ਦਿੱਤਾ ਗਿਆ ਕਿ ਉਹਨਾਂ ਦਾ ਆਦੇਸ਼ ਹੈ ਕਿ ਨਵਜੋਤ ਸਿੱਧੂ ਬਤੌਰ ਸੈਕੰਡ ਸਪੀਕਰ ਮੁੱਖ ਮੰਤਰੀ ਤੋਂ ਬਾਅਦ ਹਾਊਸ 'ਚ ਬੋਲਣਗੇ। ਤੁਸੀਂ ਇਹਦੇ ਤੋਂ ਅੰਦਾਜ਼ਾ ਲਾ ਸਕਦੇ ਹੋ ਇਸ ਮੰਤਵ ਲਈ ਸਪੈਸ਼ਲ ਚੰਡੀਗੜ੍ਹ ਆਉਣਾ ਔਰ ਆਪ ਸਾਰਾ ਮੋਨੀਟਰ ਕਰਨਾ ਆ ਕੇ ਕਿ ਨਵਜੋਤ ਸਿੱਧੂ ਨੂੰ ਵਿਧਾਨ ਸਭਾ ਦੀ ਕਾਰਵਾਈ 'ਚ ਕੋਈ ਵਿਘਨ ਨਾ ਆਏ ਔਰ ਉਹਨੂੰ ਪੂਰਾ ਮਾਨ ਮਿਲੇ ਔਰ ਉਹਨੂੰ ਠੀਕ ਸਿਰ ਟਾਈਮ ਮਿਲੇ ਔਰ ਉਹਨੂੰ ਚੰਗਾ ਬੋਲਣ ਦਾ ਟਾਈਮ ਮਿਲੇ। ਹਲਕਿਆਂ ਦੇ ਵਿੱਚ ਬੜੀ ਜ਼ੋਰ ਨਾਲ ਚਰਚਾ ਹੈ ਕਿ ਨਵਜੋਤ ਸਿੱਧੂ ਨੂੰ ਪ੍ਰੈਫਰੇਬਲੀ ਕੈਬਨਿਟ ਦੇ ਵਿੱਚ ਐਡਜਸਟ ਕੀਤਾ ਜਾ ਰਿਹਾ ਹੈ। ਡਿਊਟੀ ਦਾ ਸਾਰਾ ਜਿਹੜਾ ਘਟਨਾਕ੍ਰਮ ਹੈ ਉਸ ਤੇ ਪ੍ਰਿਯੰਕਾ ਗਾਂਧੀ ਖੁਦ ਪਰਸਨਲੀ ਇਹ ਟੈਲੀਫੋਨ ਤੇ ਰਾਬਤਾ ਰੱਖ ਕੇ ਪਰਸਨਲੀ ਮੋਨੀਟਰ ਕਰ ਰਹੀ ਹੈ ਔਰ ਸਮੇਂ-ਸਮੇਂ ਤੇ ਉਹ ਡਾਇਰੈਕਸ਼ਨ ਵੀ ਦੇ ਰਹੀ ਹੈ ਹਰੀਸ਼ ਰਾਵਤ ਨੂੰ ਵੀ, ਸੀਐਮ ਸਾਹਿਬ ਨੂੰ ਵੀ ਔਰ ਨਵਜੋਤ ਸਿੱਧੂ ਨੂੰ ਵੀ। ਜਿਹੜੀ ਗੱਲ ਹੁਣ ਕੀਤੀ ਹੈ, ਜੇ ਇਹ ਗੱਲ ਬੱਧਨੀ ਕਲਾਂ ਤੋਂ ਪਹਿਲਾਂ ਕਰ ਲਈ ਜਾਂਦੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਨੂੰ ਪਹਿਲਾਂ ਜਿਵੇਂ ਹੁਣ ਵੀ ਚਰਚਾ ਕਿ ਉਹਨਾਂ ਨੂੰ ਨਾਸ਼ਤੇ ਦੇ ਟੇਬਲ ਤੇ ਬਿਠਾਇਆ ਗਿਆ ਜਾਂ ਕੋਈ ਕੀਤਾ ਗਿਆ, ਇਹ ਪਹਿਲਾਂ ਕਰ ਲਿਆ ਜਾਂਦਾ ਤਾਂ ਮੈਨੂੰ ਲੱਗਦਾ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਸੁਰਾਂ ਨਿਕਲ ਕੇ ਬਾਹਰ ਆਈਆਂ ਸੀ, ਵੱਖ-ਵੱਖ ਤਰ੍ਹਾਂ ਦੇ ਰਾਗ ਅਲਾਪੇ ਗਏ ਸੀ ਕਾਂਗਰਸ ਦੀ ਲੀਡਰਸ਼ਿਪ ਵੱਲੋਂ, ਉਹ ਸ਼ਾਇਦ ਨਾ ਹੁੰਦੇ। ਜਿਸ ਵੇਲੇ ਸਿੱਧੂ ਦਾ ਨਾਂ ਲਿਆ ਗਿਆ ਤਾਂ ਭਾਵੇਂ ਟੈਲੀਵਿਜ਼ਨ ਤੇ ਲੋਕ ਬੈਠੇ ਸੀ, ਭਾਵੇਂ ਉੱਥੇ ਪੰਡਾਲ ਦੇ ਵਿੱਚ ਬਾਹਰ ਖੜੇ ਸੀ। ਜਦੋਂ ਸਿੱਧੂ ਬੋਲਣ ਲੱਗਿਆ ਤਾਂ ਜਿੰਨੇ ਲੋਕ ਪੰਡਾਲ ਤੋਂ ਬਾਹਰ ਖੜੇ ਸੀ ਉਹ ਸਾਰੇ ਦੇ ਸਾਰੇ ਪੰਡਾਲ ਦੇ ਵਿੱਚ ਅੰਦਰ ਆ ਗਏ। ਜਿਹੜੀ ਕਾਂਗਰਸ ਦੀ ਹਾਈ ਕਮਾਂਡ ਹੈ ਉਹਨਾਂ ਨੇ ਸ਼ਾਇਦ ਇਸ ਗੱਲ ਦਾ ਭਲੀ ਭਾਂਤ ਅੰਦਾਜ਼ਾ ਲਾ ਲਿਆ ਕਿ 2022 ਦੇ ਵਿੱਚ ਮੌਜੂਦਾ ਪ੍ਰਣਾਲੀ ਵਿੱਚ ਜਿਹੜਾ ਕਾਂਗਰਸ ਦਾ ਢਾਂਚਾ ਉਹ ਪਾਰ ਲੱਗਣਾ ਨਹੀਂ। ਇਹਦਾ ਮਤਲਬ ਕਿਸੇ ਨਾ ਕਿਸੇ ਦੂਜੇ ਵਿਅਕਤੀਆਂ ਨੂੰ ਅੱਗੇ ਲੈ ਕੇ ਆਉਣਾ ਪਵੇਗਾ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ। ਅੱਜ ਆਪਾਂ ਜਿਸ ਅਹਿਮ ਮੁੱਦੇ ਤੇ ਚਰਚਾ ਕਰ ਰਹੇ ਹਾਂ ਉਹ ਹੈ ਕ੍ਰਿਕਟਰ ਤੋਂ ਰਾਜਸੀ ਨੇਤਾ ਬਣੇ ਨਵਜੋਤ ਸਿੱਧੂ ਦੇ ਕਾਂਗਰਸ ਦੇ ਰਾਜਸੀ ਭਵਿੱਖ ਬਾਰੇ। ਦੇਸ਼ 'ਚ ਬਹੁਤ ਘੱਟ ਇਹੋ ਜਿਹੇ ਨੇਤਾ ਆਗੂ ਹੋਣਗੇ ਜਿਹੜੇ ਕਿ ਸਰਕਾਰਾਂ ਚੋਂ ਬਾਹਰ ਹੋਣ ਦੇ ਬਾਵਜੂਦ ਅਤੇ ਰਾਜਸੀ ਅਹੁਦੇਦਾਰੀਆਂ ਤੋਂ ਪਾਸੇ ਹੋਣ ਦੇ ਬਾਵਜੂਦ ਆਪਣੇ ਲੋਕਾਂ ਦੀ ਚਰਚਾ 'ਚ ਰਹਿੰਦੇ ਹੈ। ਨਵਜੋਤ ਸਿੱਧੂ ਦੇ ਰਾਜਸੀ ਭਵਿੱਖ ਬਾਰੇ ਪਿਛਲੇ ਕਾਫੀ ਦਿਨਾਂ ਤੋਂ ਕਈ ਤਰ੍ਹਾਂ ਦੀਆਂ ਅਟਕਲਾਂ ਲੱਗਦੀਆਂ ਰਹੀਆਂ। ਮੈਂ ਦਰਸ਼ਕਾਂ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਆਪਾਂ ਆਪਣੇ ਇਸੇ ਪੈਨਲ ਤੇ ਇਸੇ ਮੀਡੀਆ ਦੀ ਡਿਬੇਟ ਦੇ ਵਿੱਚ ਇਹ ਕਿਹਾ ਸੀ ਕਿ ਨਵਜੋਤ ਸਿੱਧੂ ਨੂੰ ਜੇ ਆਪਾਂ ਗੱਲ ਕਰੀਏ ਉਹਨਾਂ ਦੀ ਪਾਰਟੀ ਹਾਈ ਕਮਾਂਡ ਦਾ ਥਾਪੜਾ ਹੈ ਤੇ ਆਉਣ ਵਾਲੇ ਦਿਨਾਂ 'ਚ ਕੋਈ ਨਾ ਕੋਈ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਜਾਏਗੀ। ਹੁਣ ਜਦੋਂ ਕਾਂਗਰਸ ਦੇ ਪੰਜਾਬ ਦੇ ਪਾਰਟੀ ਮਾਮਲੇ ਦੇ ਇੰਚਾਰਜ ਨਵਜੋਤ ਸਿੱਧੂ ਦੇ ਘਰ ਜਾ ਕੇ ਉਸਦੇ ਜਨਮ ਦਿਨ ਤੇ ਕੇਕ ਕੱਟ ਕੇ ਉਹਦੇ ਮੂੰਹ 'ਚ ਪਾਉਣ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਾਂਗਰਸ ਹਾਈ ਕਮਾਂਡ ਦਾ ਕਿਹੋ ਜਿਹਾ ਥਾਪੜਾ ਹੋਏਗਾ ਨਵਜੋਤ ਸਿੱਧੂ ਨੂੰ। ਇਹਨਾਂ ਮੁੱਦਿਆਂ ਤੇ ਮੇਰੇ ਨਾਲ ਪੈਨਲ 'ਚ ਚਰਚਾ ਸਾਡੇ ਨਾਲ ਇਸ ਵੇਲੇ ਜਿਹੜੇ ਸਾਡੇ ਖਿੱਤੇ ਦੇ ਸੀਨੀਅਰ ਜਰਨਲਿਸਟ ਮਹਿਮਾਨ ਜੁੜ ਚੁੱਕੇ ਨੇ। ਹਰਕਮਲਜੀਤ ਸਿੰਘ ਜੀ, ਏਸ ਭਾਸ਼ਾ, ਜਸਪਾਲ ਢਿੱਲੋਂ, ਤਿੰਨੇ ਹੀ ਸੀਨੀਅਰ ਜਰਨਲਿਸਟਾਂ ਵੱਲੋਂ ਮੇਰੀ ਬੇਨਤੀ ਪ੍ਰਵਾਨ ਕਰਕੇ ਚੈਨਲ ਤੇ ਆਉਣ ਲਈ ਮੈਂ ਤੁਹਾਡੇ ਸਾਰਿਆਂ ਵੱਲੋਂ ਉਹਨਾਂ ਨੂੰ ਜੀ ਆਖਦਾ, ਧੰਨਵਾਦ ਕਰਦਾ। ਹਰਕਮਲ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਨਵਜੋਤ ਸਿੱਧੂ ਨੇ ਕੈਬਨਿਟ ਤੋਂ ਪਾਸੇ ਹੋਣ ਤੋਂ ਬਾਅਦ ਹੁਣ ਜਿਹੜੀ ਇੱਕ ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਲੰਘਿਆ, ਸਦਨ ਲੰਘ ਕੇ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਤੋਂ ਬਾਅਦ ਜੇ ਸਦਨ ਦੇ ਅੰਦਰ ਕਿਸੇ ਨੇ ਕੋਈ ਸਭ ਤੋਂ ਪਹਿਲਾਂ ਭਾਸ਼ਣ ਦਿੱਤਾ ਤਾਂ ਨਵਜੋਤ ਸਿੱਧੂ ਦਾ ਭਾਸ਼ਣ ਸੀ। ਉਸ ਤੋਂ ਕੁਝ ਦਿਨ ਪਹਿਲਾਂ ਦੇਖੋ
ਕਾਂਗਰਸ ਦੇ ਸੀਨੀਅਰ ਆਗੂ ਰਵਨੀਤ ਬਿੱਟੂ ਇਹ ਆਖ ਰਿਹਾ ਹੈ ਕਿ ਨਵਜੋਤ ਸਿੱਧੂ ਦਾ ਜੇ ਦਮ ਘੁੱਟਦਾ ਤਾਂ ਵੱਖਰੀ ਪਾਰਟੀ ਬਣਾ ਲੇ। ਕੈਬਨਿਟ ਦੇ ਸੀਨੀਅਰ ਮੰਤਰੀ ਸੁਖਜਿੰਦਰ ਰੰਧਾਵਾ ਇਹ ਕਹਿ ਰਿਹਾ ਕਿ ਜਦੋਂ ਰਾਹੁਲ ਗਾਂਧੀ ਆਇਆ ਸੀ ਤਾਂ ਨਵਜੋਤ ਸਿੱਧੂ ਨੇ ਜਿਹੜੀਆਂ ਟਿੱਪਣੀਆਂ ਕੀਤੀਆਂ ਉਹਨੇ ਕਹਿੰਦਾ ਮੇਰੀ ਬੇਇੱਜ਼ਤੀ ਨਹੀਂ ਕੀਤੀ, ਸਗੋਂ ਪਾਰਟੀ ਹਾਈ ਕਮਾਂਡ ਦੀ ਬੇਇੱਜ਼ਤੀ ਕੀਤੀ ਹੈ। ਅਜਲਾਸ ਕੁਝ ਵੱਖਰੀ ਕਿਸਮ ਦਾ ਸੁਨੇਹਾ ਦੇ ਰਿਹਾ ਹੈ। ਹਰਕਮਲ ਜੀ, ਕਾਂਗਰਸ ਪਾਰਟੀ ਦੇ ਇਸ ਘਟਨਾਕ੍ਰਮ ਨੂੰ ਤੁਸੀਂ ਕਿਵੇਂ ਦੇਖਦੇ ਹੋ? ਤੁਸੀਂ ਸਦਨ ਦੇ ਅੰਦਰ ਵੀ ਕਾਂਗਰਸ ਨੂੰ ਦੇਖਿਆ ਤੇ ਬਾਹਰ ਵੀ ਦੇਖ ਰਹੇ ਹੋ। ਜੀ ਹਰਕਮਲ ਜੀ। ਜਗਤਾਰ ਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਜੋ ਕਾਂਗਰਸ ਪਾਰਟੀ ਦੇ ਅੰਦਾਜ਼ੇ ਸੀ, ਕਾਂਗਰਸੀ ਲੀਡਰਾਂ ਦੇ ਅੰਦਾਜ਼ੇ ਸੀ, ਅਸਲੀਅਤ ਉਹਦੇ ਤੋਂ ਬਹੁਤ ਵੱਖਰੀ ਸਾਹਮਣੇ ਆ ਰਹੀ ਹੈ। ਜੋ ਮੇਰੀ ਜਾਣਕਾਰੀ ਹੈ, ਨਵਜੋਤ ਸਿੰਘ ਨੂੰ ਪਾਰਟੀ ਹਾਈ ਕਮਾਂਡ ਦੇ ਆਦੇਸ਼ ਤੇ ਇੱਥੇ ਲਿਆ ਕੇ ਬੁਲਾਇਆ ਗਿਆ ਔਰ ਜੋ ਮੈਨੂੰ ਪਤਾ ਲੱਗਾ ਹੈ ਕਿ ਜੋ ਉਹਨਾਂ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਉਹਨਾਂ ਦੇ ਕਹਿਣ ਦੇ ਉੱਤੇ ਮੁੱਖ ਮੰਤਰੀ ਨਵਜੋਤ ਨੂੰ ਟਾਈਮ ਦੇਣ ਲਈ ਤਿਆਰ ਨਹੀਂ ਸੀ ਹੋਏ। ਅਲਟੀਮੇਟਲੀ ਸ਼੍ਰੀਮਤੀ ਸੋਨੀਆ ਗਾਂਧੀ ਦੇ ਬਿਹਾਫ ਤੇ ਮੁੱਖ ਮੰਤਰੀ ਨੂੰ ਇਹ ਸੁਨੇਹਾ ਦਿੱਤਾ ਗਿਆ ਕਿ ਉਹਨਾਂ ਦਾ ਆਦੇਸ਼ ਹੈ ਕਿ ਨਵਜੋਤ ਸਿੱਧੂ ਬਤੌਰ ਸੈਕੰਡ ਸਪੀਕਰ ਮੁੱਖ ਮੰਤਰੀ ਤੋਂ ਬਾਅਦ ਹਾਊਸ 'ਚ ਬੋਲਣਗੇ ਇਸ ਮਾਮਲੇ ਤੇ ਔਰ ਇਸ ਗੱਲ ਦਾ ਪ੍ਰਬੰਧ ਕੀਤਾ ਜਾਏ ਕਿ ਉਹਨਾਂ ਨੂੰ ਪੂਰਾ ਸਤਿਕਾਰ ਤੇ ਮਾਨ ਮਿਲੇ। ਮੇਰੇ ਖਿਆਲ 'ਚ ਹਰੀਸ਼ ਰਾਵਤ ਦਾ ਤੁਸੀਂ ਇਹਦੇ ਤੋਂ ਅੰਦਾਜ਼ਾ ਲਾ ਸਕਦੇ ਹੋ, ਇਸ ਮੰਤਵ ਲਈ ਸਪੈਸ਼ਲ ਚੰਡੀਗੜ੍ਹ ਆਉਣਾ ਔਰ ਆਪ ਸਾਰਾ ਮੋਨੀਟਰ ਕਰਨਾ ਆ ਕੇ ਕਿ ਨਵਜੋਤ ਸਿੱਧੂ ਨੂੰ ਵਿਧਾਨ ਸਭਾ ਦੀ ਕਾਰਵਾਈ 'ਚ ਕੋਈ ਵਿਘਨ ਨਾ ਆਏ ਔਰ ਉਹਨੂੰ ਪੂਰਾ ਮਾਨ ਮਿਲੇ ਔਰ ਉਹਨੂੰ ਠੀਕ ਸਿਰ ਟਾਈਮ ਮਿਲੇ ਔਰ ਉਹਨੂੰ ਚੰਗਾ ਬੋਲਣ ਦਾ ਟਾਈਮ ਮਿਲੇ। ਮੈਨੂੰ ਲੱਗਦਾ ਹੈ ਕਿ ਜਿਸ ਢੰਗ ਦੇ ਨਾਲ ਹਾਈ ਕਮਾਂਡ ਨੇ ਉਹਨੂੰ ਇੱਕ ਮਹੱਤਤਾ ਦਿੱਤੀ ਹੈ ਨਵਜੋਤ ਸਿੱਧੂ ਨੂੰ, ਔਰ ਜਿਵੇਂ ਉਹਨਾਂ ਦਾ ਪਰਸੋਂ ਜਿਹੜਾ ਜਨਮ ਦਿਨ ਸੀ ਉਹਦੇ ਤੇ ਸੋਨੀਆ ਗਾਂਧੀ ਨੇ ਟਵੀਟ ਕਰਕੇ ਵਧਾਈ ਦਿੱਤੀ, ਪ੍ਰਿਯੰਕਾ ਨੇ ਬਹੁਤ ਚੰਗਾ ਟਵੀਟ ਕਰਕੇ ਵਧਾਈ ਦਿੱਤੀ। ਮੇਰੇ ਖਿਆਲ ਇਹ ਸਾਰੇ ਟੋਟਲ ਜਿਹੜੇ ਬਾਕੀ ਕਾਂਗਰਸਮੈਨ ਪੰਜਾਬ ਦੇ ਸਾਡੇ ਵਿਧਾਇਕ ਹੈਗੇ ਨੇ ਜਾਂ ਬਾਕੀ ਸੀਨੀਅਰ ਲੀਡਰ ਹੈਗੇ ਨੇ, ਇਹ ਸਾਰੇ ਇਸ ਘਟਨਾਕ੍ਰਮ ਨੂੰ ਦੇਖ ਰਹੇ ਨੇ ਪਰ ਇੰਨੀ ਗੱਲ ਨੂੰ ਅੰਡਰਸਟੈਂਡ ਕਰ ਰਹੇ ਨੇ ਕਿ ਨਵਜੋਤ ਦੇ ਨਾਲ ਕਾਂਗਰਸ ਦੀ ਹਾਈ ਕਮਾਂਡ ਖੜੀ ਹੋਈ ਹੈ। ਔਰ ਜਿਹੜੀ ਮੈਨੂੰ ਇੱਕ ਚੰਗੀ ਗੱਲ ਲੱਗੀ ਹੈ ਕਿ ਨਵਜੋਤ ਨੇ ਮੇਰੇ ਖਿਆਲ 'ਚ ਭਾਵੇਂ ਹਾਈ ਕਮਾਂਡ ਦੇ ਕਹਿਣ ਤੇ ਕੀਤਾ ਹੈ ਜਾਂ ਹਰੀਸ਼ ਰਾਵਤ ਦੇ ਕਹਿਣ ਤੇ ਕੀਤਾ ਹੈ, ਉਹਨੇ ਵੀ ਕਾਫੀ ਦਿਆਨਤਦਾਰੀ ਦਿਖਾਈ ਹੈ। ਉਹਨੇ ਆਪਣੇ ਭਾਸ਼ਣ 'ਚ 2-3 ਵਾਰੀ ਮੁੱਖ ਮੰਤਰੀ ਦਾ ਨਾਮ ਵੀ ਲਿਆ ਔਰ ਜਦੋਂ ਉਹ ਸਦਨ 'ਚ ਆਏ ਤੇ ਮੁੱਖ ਮੰਤਰੀ ਉਹਨਾਂ ਤੋਂ ਪਹਿਲਾਂ ਉੱਤੇ ਬੈਠੇ ਹੋਏ ਸੀ, ਉਹਨਾਂ ਨੂੰ ਵੀ ਜਾ ਕੇ ਉਹਨਾਂ ਨੇ ਨਮਸਕਾਰ ਕੀਤਾ, ਮੱਥਾ ਟੇਕਿਆ ਜਿਵੇਂ ਕਿ ਉਹ ਪਹਿਲਾਂ ਕਰਦੇ ਹੁੰਦੇ ਸੀ। ਉਹਨਾਂ ਨੇ ਵੀ ਕੋਈ ਸ਼ੋਅ ਨਹੀਂ ਕੀਤਾ, ਕੋਈ ਨਾਰਾਜ਼ਗੀ ਜਾਂ ਕੋਈ ਵਖਰੇਵਾਂ ਉਹਨਾਂ ਨੇ ਸ਼ੋਅ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਸੋ ਮੈਨੂੰ ਲੱਗਦਾ ਕਿ ਰਾਵਤ ਨੂੰ ਜਿਵੇਂ ਇੱਕ ਟਾਸਕ ਦਿੱਤਾ ਗਿਆ ਹੁੰਦਾ ਹੈ ਹਾਈ ਕਮਾਂਡ ਵੱਲੋਂ, ਲੱਗ ਰਿਹਾ ਕਿ ਉਹਨੂੰ ਇਹ ਇੱਕ ਕੰਮ ਦਿੱਤਾ ਗਿਆ ਹੈ, ਟਾਸਕ ਦਿੱਤਾ ਗਿਆ ਕਿ ਤੁਸੀਂ ਨਵਜੋਤ ਦੀ ਸੂਬੇ ਵਿੱਚ ਔਰ ਪਾਰਟੀ ਵਿੱਚ ਜਿਹੜੀ ਬਹਾਲੀ ਹੈ ਉਹਨੂੰ ਮੈਨੇਜ ਕਰੋ, ਜਿਸ ਤਰ੍ਹਾਂ ਮਰਜ਼ੀ ਕਰੋ। ਔਰ ਜੋ ਮੈਨੂੰ ਨਜ਼ਰ ਆ ਰਿਹਾ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਪਾਰਟੀ ਹਾਈ ਕਮਾਂਡ ਉਹਨਾਂ ਨੂੰ ਕੋਈ ਨਾ ਕੋਈ ਪੋਜੀਸ਼ਨ ਜ਼ਰੂਰ ਦੇਗੀ ਤਾਂ ਕਿ ਉਹ ਮੇਨ ਸਟ੍ਰੀਮ 'ਚ ਪਾਰਟੀ ਦੇ ਆ ਕੇ ਕੰਮ ਕਰ ਸਕਣ। ਇੱਕ ਕੀ ਦੇਗੀ ਪਾਰਟੀ, ਜੋ ਅੰਦਾਜ਼ੇ ਹੈਗੇ ਨੇ, ਕੋਈ ਕਹਿੰਦਾ ਉਹਨਾਂ ਨੂੰ ਵਜ਼ੀਰ ਬਣਾਇਆ ਜਾਏਗਾ, ਕੋਈ ਕਹਿੰਦਾ ਡਿਪਟੀ ਸੀਐਮ ਬਣਾਇਆ ਜਾਏਗਾ, ਕੋਈ ਕਹਿੰਦਾ ਪਾਰਟੀ ਪ੍ਰਧਾਨ ਬਣਾਇਆ ਜਾਏਗਾ। ਪਤਾ ਨਹੀਂ ਉਹ ਪਾਰਟੀ ਹਾਈ ਕਮਾਂਡ ਕੀ ਕਰੇਗੀ, ਇਹ ਉਹਨਾਂ ਨੇ ਫੈਸਲਾ ਲੈਣਾ ਹੈ। ਪਰ ਇੱਕ ਗੱਲ ਸਪਸ਼ਟ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਕੋਈ ਮਹੱਤਵਪੂਰਨ ਪੋਜੀਸ਼ਨ ਆਉਂਦੇ ਦਿਨਾਂ 'ਚ ਮਿਲੇਗੀ। ਇਹ ਸੰਭਵ ਜ਼ਰੂਰ ਹੋ ਸਕਦਾ ਕਿ ਉਹਨਾਂ ਦੀ ਡਿਊਟੀ ਚੁੱਕ ਕੇ ਮੱਧ ਪ੍ਰਦੇਸ਼ 'ਚ ਲੱਗੀ ਹੋਈ ਹੈ ਕੰਪੇਨ ਕਰਨ ਲਈ, ਉੱਥੇ ਉਹਨਾਂ ਨੂੰ ਸਟਾਰ ਕੰਪੇਨਰ ਬਣਾਇਆ ਗਿਆ, ਉਹਦੇ ਤੋਂ ਬਾਅਦ ਵੀ ਕਰ ਸਕਦੇ ਨੇ, ਮੱਧ ਪ੍ਰਦੇਸ਼ ਦੀ ਚੋਣ ਤੋਂ ਬਾਅਦ ਵੀ ਇਹ ਹੋ ਸਕਦਾ ਹੈ। ਲੇਕਿਨ ਮੇਰੇ ਖਿਆਲ 'ਚ ਕਾਂਗਰਸਮੈਨ ਨੂੰ ਵੀ ਔਰ ਮੁੱਖ ਮੰਤਰੀ ਨੂੰ ਵੀ ਔਰ ਬਾਕੀ ਸਾਰਿਆਂ ਨੂੰ ਹੁਣ ਇਹ ਸਪਸ਼ਟ ਹੋ ਗਿਆ ਕਿ ਕਾਂਗਰਸ ਹਾਈ ਕਮਾਂਡ ਉਹਨਾਂ ਨੂੰ ਮੇਨ ਸਟ੍ਰੀਮ 'ਚ ਲੈ ਕੇ ਆਏਗੀ ਔਰ ਕੋਈ ਚੰਗੀ ਜ਼ਿੰਮੇਵਾਰੀ ਦੇਵੇਗੀ। ਅਸੀਂ ਇਸ ਮੁੱਦੇ ਤੇ ਹਰਕਮਲ ਜੀ ਗੱਲ ਕਰ ਰਿਹਾ ਹੈ ਨਵਜੋਤ ਸਿੱਧੂ ਦੇ ਮਾਮਲੇ ਨੂੰ ਲੈ ਕੇ ਕਿ ਕਿਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਦੇ ਅੰਦਰ ਨਵਜੋਤ ਸਿੱਧੂ ਦੇ ਖਿਲਾਫ ਜਿਹੜੀਆਂ ਆਵਾਜ਼ਾਂ ਉੱਠਣੀਆਂ ਸ਼ੁਰੂ ਹੋਈਆਂ ਔਰ ਹੁਣ ਜਿਹੜਾ ਪਾਰਟੀ ਹਾਈ ਕਮਾਂਡ ਵੱਲੋਂ ਸੁਨੇਹਾ ਦਿੱਤਾ ਗਿਆ, ਉਹ ਸੁਨੇਹਾ ਕੋਈ ਵੱਖਰੀ ਕਿਸਮ ਦਾ ਮੈਸੇਜ ਦੇ ਰਿਹਾ ਹੈ। ਜੋ ਨਵਜੋਤ ਸਿੱਧੂ ਦੀ ਬਾਡੀ ਲੈਂਗੁਏਜ ਦਾ ਗੱਲਬਾਤ ਕਰਨ ਦਾ ਢੰਗ ਤਰੀਕਾ ਹੈ ਜਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਜਿਹੜੇ ਹੁਣ ਕਮੈਂਟਸ ਆਏ ਹੈ,
ਕਿਵੇਂ ਦੇਖਦੇ ਹੋ ਇਹਨਾਂ ਬਦਲੀਆਂ ਹੋਈਆਂ ਪ੍ਰਸਥਿਤੀਆਂ ਨੂੰ ਪ੍ਰਾਸ਼ ਜੀ? ਤੁਸੀਂ ਵੀ ਲੰਬੇ ਸਮੇਂ ਤੋਂ ਕਾਂਗਰਸ ਦੇ ਘਟਨਾਕ੍ਰਮ ਨੂੰ ਨਜ਼ਦੀਕ ਤੋਂ ਕਵਰ ਕਰਦੇ ਆ ਰਹੇ ਹੋ। ਜਗਤਾਰ ਜੀ, ਪਿਛਲੇ 3-4 ਰੋਜ਼ ਤੋਂ ਜਿਹੜਾ ਘਟਨਾਕ੍ਰਮ ਹੈ ਉਹਨੂੰ ਦੇਖਦੇ ਹੋਏ ਐਵੇਂ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ, ਜਿਹੜੇ ਕਿ ਪਿਛਲੇ ਲਗਭਗ 1.5 ਸਾਲ ਤੋਂ ਪੋਲੀਟੀਕਲ ਵਿਲਡਰਨੈਸ 'ਚ ਸੀ, ਬਨਵਾਸ ਕੱਟ ਰਹੇ ਸੀ, ਉਹਨਾਂ ਦੇ ਜੀ, ਦਿਨ ਜੀ। ਫਿਰਨ ਵਾਲੇ ਹੈ ਔਰ ਉਹਨਾਂ ਨੂੰ ਫੇਰ ਹੀ ਪਾਰਟੀ ਜਾਂ ਸਰਕਾਰ ਦੇ ਵਿੱਚ ਕੋਈ ਨਾ ਕੋਈ ਇੰਪੋਰਟੈਂਟ ਰੋਲ ਮਿਲਣ ਵਾਲਾ ਹੈ। ਕੱਲ ਹਰੀਸ਼ ਰਾਵਤ ਨਾਲ ਜਿਹੜੇ ਕਿ ਇੱਥੇ ਪੰਜਾਬ ਭਵਨ 'ਚ ਬੈਠੇ ਸੀ, ਅਸੈਂਬਲੀ ਦੇ ਸੈਸ਼ਨ ਖਤਮ ਹੋਣ ਤੋਂ ਬਾਅਦ ਕੁਝ ਪ੍ਰੈਸ ਵਾਲਿਆਂ ਦੀ ਗੱਲ ਹੋਈ ਉਹਨਾਂ ਨਾਲ, ਮੈਂ ਵੀ ਉਹਨਾਂ 'ਚ ਸ਼ਾਮਲ ਥਾ। ਤਾਂ ਹਰੀਸ਼ ਰਾਵਤ ਨੇ ਤਾਂ ਇਹ ਕਹਿ ਦਿੱਤਾ ਹੈ ਕਿ ਜਿਹੜੇ ਡਿਫਰੈਂਸਿਸ ਸੀ, ਜਿਹੜੇ ਦੋਨਾਂ ਦੇ ਵਿੱਚ ਮਤਭੇਦ ਸੀ ਸੀਐਮ ਤੇ ਨਵਜੋਤ ਸਿੱਧੂ 'ਚ, ਉਹ ਹੁਣ ਗੱਲ ਪੁਰਾਣੀ ਹੋ ਗਈ ਹੈ, ਹੁਣ ਦੋਨਾਂ ਵਿੱਚ ਕੋਈ ਨਹੀਂ ਹੈ। ਔਰ ਇਹ ਵੀ ਇੰਡੀਕੇਟ ਕੀਤਾ ਕਿ ਪਾਰਟੀ ਕਾਂਗਰਸ ਦੀ ਬੜੀ ਭਾਰੀ ਹੈ, ਬੜੀ ਵਾਸਟ ਹੈ, ਇਹਦੇ ਬੇਸ਼ੁਮਾਰ ਜ਼ਿੰਮੇਦਾਰੀਆਂ, ਬੇਸ਼ੁਮਾਰ ਇੱਥੇ ਆਫਿਸਿਸ ਹੈ। ਅੱਜ ਨਹੀਂ ਤਾਂ ਕੱਲ ਕਿਸੇ ਨੇ ਕੋਈ ਨੂੰ, ਹਰ ਕਿਸੇ ਨੂੰ ਕੋਈ ਨਾ ਕੋਈ ਜ਼ਿੰਮੇਦਾਰੀ ਸੌਂਪੀ ਜਾ ਸਕਦੀ ਹੈ। ਇਸ ਤੋਂ ਇਲਾਵਾ ਜਿਹੜੀ ਮੇਨ ਗੱਲ ਹੈ ਵੈ ਕਿ ਇਹ ਬੜਾ ਕਲੀਅਰ ਹੈ ਕਿ ਨਵਜੋਤ ਸਿੱਧੂ ਨੂੰ ਜਿਹੜਾ ਐਗਰੀ ਬਿਲਸ ਦੇ ਉੱਤੇ ਹਾਊਸ ਦੇ ਵਿੱਚ ਬਹਿਸ ਹੋਈ ਹੈ, ਉਹਦੇ ਵਿੱਚ ਬੜਾ ਲਿਖਾ ਪੜ੍ਹਾ ਕੇ ਸਮਝਾ ਬੁਝਾ ਕੇ ਉਹਨਾਂ ਦੀ ਟਿਊਟਰਿੰਗ ਕਰਕੇ ਲਿਆਂਦਾ ਗਿਆ ਸੀ। ਔਰ ਨਵਜੋਤ ਸਿੱਧੂ ਨੇ, ਮੈਂ ਸਮਝਦਾ ਹਾਂ ਕਿ ਆਪਣਾ ਰੋਲ ਬੜੀ ਬਖੂਬੀ ਅਦਾ ਕੀਤਾ। ਆਪਣੇ ਜਿਹੜਾ ਉਹਨਾਂ ਨੇ ਰੈਜ਼ੋਲੂਸ਼ਨ ਨੂੰ ਸੈਕੰਡ ਕਰਦੇ ਹੋਏ ਇਹ ਕਿ ਇੱਕ ਤਾਂ ਸੀਐਮ ਨੂੰ ਡਟ ਕੇ ਮੁਬਾਰਕਬਾਦ ਦਿੱਤੀ, ਪੂਰੀ ਲੀਡਰਸ਼ਿਪ ਦੀ ਤਾਰੀਫ ਕੀਤੀ, ਨਾਲ ਇਹ ਭਰੋਸਾ ਦਿਵਾਇਆ ਕਿ ਸਾਰੀ ਪਾਰਟੀ ਇਕਜੁੱਟ ਹੈ ਇਸ ਮੁੱਦੇ ਦੇ ਉੱਤੇ ਔਰ ਮੇਰੇ ਵੱਲੋਂ ਪੂਰੀ ਸਪੋਰਟ ਹੈ ਅਮਰਿੰਦਰ ਨੂੰ ਵੀ ਔਰ ਸਰਕਾਰ ਨੂੰ ਵੀ। ਉਸ ਤੋਂ ਬਾਅਦ ਇਹ ਜਿਹੜੀ ਹੋਰ ਇੰਪੋਰਟੈਂਟ ਗੱਲ ਹੋਈ ਹੈ ਉਹ ਇਹ ਹੋਈ ਹੈ ਕਿ ਹਰੀਸ਼ ਰਾਵਤ ਨੇ ਜਿਸ ਦਿਨ ਉਹਨਾਂ ਦਾ ਬਰਥਡੇ ਸੀ ਉੱਥੇ ਘਰ ਜਾ ਕੇ ਉਹ ਕੇਕ ਵੀ ਕੱਟਿਆ, ਕੇਕ ਪੇਸ਼ ਕੀਤਾ। ਉਹ ਕਹਿੰਦੇ ਜੀ ਮੈਨੂੰ ਤਾਂ ਪਤਾ ਨਹੀਂ ਸੀ, ਲੇਕਿਨ ਮੈਂ ਕੇਕ ਜਿਹੜੇ ਮੈਨੂੰ ਪਤਾ ਲੱਗਿਆ ਕਿ ਮੈਂ ਕੇਕ ਲੈ ਕੇ ਉਹਨਾਂ ਦੇ ਘਰ ਜਾ ਕੇ ਮੁਬਾਰਕਬਾਦ ਦਿੱਤੀ। ਔਰ ਅਸੀਂ ਫਿਰ ਸਮਝ ਕੇ ਪੁੱਛਿਆ ਵੀ ਕਿ ਰਾਵਤ ਸਾਹਿਬ ਤੁਸੀਂ ਇੱਥੇ ਕੇਕ ਤਾਂ ਖਾਏ ਹੋ, ਕੋਈ ਤੋਹਫਾ ਵੀ ਦਿੱਤਾ ਕਿ ਨਹੀਂ? ਤਾਂ ਉਹਦੇ 'ਚੋਂ ਹੱਸ ਕੇ ਟਲ ਗਏ, ਲੇਕਿਨ ਇਹ ਇੰਡੀਕੇਸ਼ਨ ਕਿ ਤੋਹਫਾ ਅੱਜ ਨਹੀਂ ਤਾਂ ਕੱਲ ਮਿਲੇਗਾ। ਹੁਣ ਸਿਆਸੀ ਹਲਕਿਆਂ ਦੇ ਵਿੱਚ ਬੜੀ ਜ਼ੋਰ ਨਾਲ ਚਰਚਾ ਹੈ ਕਿ ਨਵਜੋਤ ਸਿੱਧੂ ਨੂੰ ਪ੍ਰੈਫਰੇਬਲੀ ਕੈਬਨਿਟ ਦੇ ਵਿੱਚ ਐਡਜਸਟ ਕੀਤਾ ਜਾ ਰਿਹਾ ਔਰ ਉਹਨਾਂ ਨੂੰ ਇੱਕ ਤਾਂ ਪਾਵਰ ਦਾ ਮਹਿਕਮਾ ਜਿਹੜਾ ਕਿ ਪਹਿਲੇ ਦਿੱਤਾ ਗਿਆ ਸੀ, ਪਲੱਸ ਇੱਕ ਕੋਈ ਹੋਰ ਮਹਿਕਮਾ ਦੇ ਕੇ ਉਹਨਾਂ ਨੂੰ ਐਡਜਸਟ ਕੀਤਾ ਜਾਏਗਾ ਤਾਂ ਕਿ ਉਹਨਾਂ ਦੀ ਵੀ ਇੱਜ਼ਤ ਰਹਿ ਜਾਏ। ਔਰ ਸੀਐਮ ਸਾਹਿਬ ਦੀ ਇਹ ਸਟੈਂਡ ਕਿ ਜੀ ਇਹ ਲੈਣਾ ਹੈ ਤਾਂ ਪਾਵਰ ਦਾ ਲੈ ਲਓ, ਹੋਰ ਨਹੀਂ ਕੋਈ ਦੇ ਸਕਦਾ। ਉਹ ਦੋਨੋਂ ਗੱਲਾਂ ਦਾ ਵਿਚਲਾ ਰਸਤਾ ਨਿਕਲ ਰਿਹਾ। ਔਰ ਇਸ ਤੋਂ ਵੀ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਹਰੀਸ਼ ਰਾਵਤ ਜੋ ਵੀ ਇੱਥੇ ਕਾਰਵਾਈ ਕਰ ਰਹੇ ਹੈ, ਜੋ ਕਦੀ ਸੀਐਮ ਨੂੰ ਮਨਾ ਰਹੇ ਹੈ, ਕਦੀ ਨਵਜੋਤ ਸਿੱਧੂ ਨੂੰ ਮਨਾ ਰਹੇ ਹੈ, ਉਹਨਾਂ ਦੀ ਹਾਈ ਕਮਾਂਡ ਵੱਲੋਂ ਡਿਊਟੀ ਲੱਗੀ ਹੈ ਔਰ ਡਿਊਟੀ ਦਾ ਸਾਰਾ ਜਿਹੜਾ ਘਟਨਾਕ੍ਰਮ ਹੈ ਉਸ 'ਤੇ ਪ੍ਰਿਯੰਕਾ ਗਾਂਧੀ ਖੁਦ ਪਰਸਨਲੀ ਇਹ ਟੈਲੀਫੋਨ 'ਤੇ ਰਾਬਤਾ ਰੱਖ ਕੇ ਪਰਸਨਲੀ ਮੋਨੀਟਰ ਕਰ ਰਹੀ ਹੈ ਔਰ ਸਮੇਂ-ਸਮੇਂ 'ਤੇ ਉਹ ਡਾਇਰੈਕਸ਼ਨ ਵੀ ਦੇ ਰਹੀ ਹੈ ਹਰੀਸ਼ ਰਾਵਤ ਨੂੰ ਵੀ, ਸੀਐਮ ਸਾਹਿਬ ਨੂੰ ਵੀ ਔਰ ਨਵਜੋਤ ਸਿੱਧੂ ਨੂੰ ਵੀ। ਇਸ ਤੋਂ ਇਹ ਬੜਾ ਸਾਫ਼ ਸਾਬਿਤ ਹੋ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਾਰਟੀ ਜਿਹੜੀ ਹੈ ਹੋ ਸਕਦਾ ਇਹਦੇ ਵਿੱਚ ਇਕਜੁੱਟ ਹੋਵੇ ਔਰ ਨਵਜੋਤ ਸਿੱਧੂ ਨੂੰ ਆਪਣਾ ਪੁਰਾਣਾ ਰੋਲ ਬਹਾਲ ਕੀਤਾ ਜਾਏ। ਫਿਲਹਾਲ ਦੀ ਕੜੀ ਸ਼ਾਇਦ ਕੈਬਨਿਟ ਜਾਣਗੇ, ਦੂਜੇ ਸਟੈਪ ਦੇ ਵਿੱਚ ਹੋ ਸਕਦਾ ਹੈ ਕਿ ਪਾਰਟੀ ਦੇ ਵਿੱਚ ਹੋਰ ਕੋਈ ਜ਼ਿੰਮੇਵਾਰੀ ਦਿੱਤੀ ਜਾਏ, ਜਿਸ ਤਰ੍ਹਾਂ ਕਿ ਪਹਿਲੇ ਚਰਚਾ ਚੱਲੀ ਸੀ ਕਿ ਸ਼ਾਇਦ ਇਹਨੂੰ ਕਾਂਗਰਸ ਦਾ ਪ੍ਰਧਾਨ ਬਣਾਤਾ ਜਾਵੇ। ਇਹ ਗੱਲ ਵੀ ਹਾਲੇ ਤੱਕ ਆਫ ਦੀ ਟੇਬਲ ਨਹੀਂ ਹੈ, ਇਹ ਹਾਲੇ ਵੀ ਅਵੇਲੇਬਲ ਹੈ। ਓਕੇ, ਥੈਂਕ ਯੂ ਪ੍ਰਕਾਸ਼ ਜੀ। ਜਸਪਾਲ ਢਿੱਲੋਂ, ਜਿੱਦਾਂ ਨਵਜੋਤ ਸਿੱਧੂ ਪਹਿਲਾਂ ਤੋਂ ਹੀ ਕੈਬਨਿਟ ਦੇ ਵਿੱਚ ਆਉਣ ਸਮੇਂ ਤੋਂ ਲੈ ਕੇ ਚਰਚਾ 'ਚ ਰਹੇ, ਚਾਹੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਕਰ ਲਈਏ ਜਾਂ ਕੁਝ ਹੋਰ ਇਸ ਤਰ੍ਹਾਂ ਦੇ ਮਾਨਵੀ ਮੁੱਦੇ ਜਿਨ੍ਹਾਂ ਨੂੰ ਲੈ ਕੇ ਨਵਜੋਤ ਸਿੱਧੂ ਹਮੇਸ਼ਾ ਚਰਚਾ 'ਚ ਰਹੇ, ਪਰ ਜਿਸ ਤਰੀਕੇ ਨਾਲ ਪੋਲੀਟੀਕਲ ਤੌਰ ਤੇ ਉਹਨਾਂ ਨੂੰ ਘਰ ਬਿਠਾਇਆ ਗਿਆ ਤੇ ਹੁਣ ਜਿੱਦਾਂ ਅਚਾਨਕ ਉਹਨਾਂ ਦਾ ਆਭਾਰ ਆਇਆ, ਮੁੜ ਕੇ ਕੀ ਲੱਗਦਾ ਕਿ ਕਾਂਗਰਸ ਹਾਈ ਕਮਾਂਡ ਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਪੰਜਾਬ ਦੇ ਅੰਦਰ ਨਵਜੋਤ ਸਿੱਧੂ ਦੇ ਬਗੈਰ ਜਿਹੜਾ ਕਾਂਗਰਸ ਦਾ ਭਵਿੱਖ ਹੈ ਆਉਣ ਵਾਲੇ ਦਿਨ 'ਚ ਗੁਜ਼ਾਰਾ ਨਹੀਂ ਹੈ। ਇਹ ਸਾਰੇ ਜਿਹੜੀ ਹੈਗੀ ਕੜੀ ਨੂੰ ਜੋੜ ਕੇ ਕਿਵੇਂ ਦੇਖਦੇ ਹੋ ਜਸਪਾਲ ਜੀ? ਜਗਤਾਰ ਜੀ, ਮੇਰੇ ਤੋਂ ਪਹਿਲਾਂ ਹਰਕਮਲ ਜੀ ਨੇ ਔਰ ਪ੍ਰਾਸ਼ਰ ਜੀ ਨੇ ਵਿਸਥਾਰ ਦੇ ਵਿੱਚ ਗੱਲ ਕੀਤੀ ਹੈ। ਜਿੱਥੋਂ ਗੱਲ ਤੁਸੀਂ ਸ਼ੁਰੂਆਤ ਕੀਤੀ ਹੈ, ਕਈ ਵਿਅਕਤੀ ਹੁੰਦੇ ਨੇ ਉਹ ਬੋਲਣ ਜਾਂ ਨਾ ਬੋਲਣ, ਉਹਨਾਂ ਦਾ ਜਿਹੜਾ ਅਕਸ ਹੈ ਉਹ ਲੋਕਾਂ ਦੇ ਵਿੱਚ ਇੱਕ ਵੱਖਰੀ ਕਿਸਮ ਦਾ ਬਣਿਆ ਹੋਇਆ। ਮੈਂ ਤੁਹਾਨੂੰ ਬੱਧਨੀ ਕਲਾਂ ਦੇ ਵਿੱਚ ਲੈ ਕੇ ਜਾਣਾ ਹੈਗਾ। ਬੱਧਨੀ ਕਲਾਂ ਦੇ ਵਿੱਚ ਜਿਸ ਵੇਲੇ ਅਨਾਊਂਸਮੈਂਟ ਕੀਤੀ ਗਈ ਕਿ ਨਵਜੋਤ ਸਿੰਘ ਸਿੱਧੂ ਹੁਣ ਬੋਲਣਗੇ, ਭਾਵੇਂ ਉਹਨਾਂ ਨੇ ਭਾਸ਼ਣ
ਤਰੀਕੇ ਦੇ ਨਾਲ ਦਿੱਤਾ, ਮਤਲਬ ਬੋਡੀ ਲੈਂਗੁਏਜ ਕੋਈ ਹੋਰ ਦਰਸਾਉਂਦੀ ਸੀਗੀ। ਇਹਦੇ ਬਾਵਜੂਦ ਮੈਂ ਇਹ ਸਮਝਦਾ ਕਿ ਹਰੀਸ਼ ਰਾਵਤ ਹੋਰਾਂ ਨੇ ਜਿਹੜੀ ਗੱਲ ਹੁਣ ਕੀਤੀ ਹੈ, ਜੇ ਇਹ ਗੱਲ ਬੱਧਨੀ ਕਲਾਂ ਤੋਂ ਪਹਿਲਾਂ ਕਰ ਲਈ ਜਾਂਦੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਨੂੰ ਪਹਿਲਾਂ, ਜਿਵੇਂ ਹੁਣ ਵੀ ਚਰਚਾ ਕਿ ਉਹਨਾਂ ਨੂੰ ਨਾਸ਼ਤੇ ਦੇ ਟੇਬਲ ਤੇ ਬਿਠਾਇਆ ਗਿਆ ਜਾਂ ਕੁਝ ਕੀਤਾ ਗਿਆ, ਇਹ ਪਹਿਲਾਂ ਕਰ ਲਿਆ ਜਾਂਦਾ ਤਾਂ ਮੈਨੂੰ ਲੱਗਦਾ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਸੁਰਾਂ ਨਿਕਲ ਕੇ ਬਾਹਰ ਆਈਆਂ ਸੀ, ਵੱਖ-ਵੱਖ ਤਰ੍ਹਾਂ ਦੇ ਰਾਗ ਅਲਾਪੇ ਗਏ ਸੀ ਕਾਂਗਰਸ ਦੀ ਲੀਡਰਸ਼ਿਪ ਵੱਲੋਂ, ਉਹ ਸ਼ਾਇਦ ਨਾ ਹੁੰਦੇ। ਤੁਸੀਂ ਦੇਖੋ ਜਿਸ ਵੇਲੇ ਨਵਜੋਤ ਸਿੰਘ ਸਿੱਧੂ ਦਾ ਨਾਂ ਲਿਆ ਗਿਆ ਤਾਂ ਭਾਵੇਂ ਟੈਲੀਵਿਜ਼ਨ ਤੇ ਲੋਕ ਬੈਠੇ ਸੀ, ਭਾਵੇਂ ਉੱਥੇ ਪੰਡਾਲ ਦੇ ਵਿੱਚ ਬਾਹਰ ਖੜੇ ਸੀ, ਜਦੋਂ ਸਿੱਧੂ ਬੋਲਣ ਲੱਗਿਆ ਤਾਂ ਜਿੰਨੇ ਲੋਕ ਪੰਡਾਲ ਤੋਂ ਬਾਹਰ ਖੜੇ ਸੀ ਉਹ ਸਾਰੇ ਦੇ ਸਾਰੇ ਪੰਡਾਲ ਦੇ ਵਿੱਚ ਅੰਦਰ ਆ ਗਏ ਸੀ। ਇਹਦਾ ਮਤਲਬ ਉਸ ਤੋਂ ਅਗਲੇ ਦਿਨ, ਇੱਕ ਦਿਨ ਛੱਡ ਕੇ ਫਰਾਂਸ ਵਾਲਾ ਪਿੰਡ ਹੈ ਬਿਲਕੁਲ ਪੰਜਾਬ ਦੇ ਹੱਦ ਤੇ, ਉੱਥੋਂ 8 ਕਿਲੋਮੀਟਰ ਹਰਿਆਣੇ ਦਾ ਬਾਰਡਰ ਹੈ, ਉੱਥੇ ਅਸੀਂ ਆਪ ਦੇਖਿਆ, ਉੱਥੇ ਪ੍ਰਤਾਪ ਬਾਜਵਾ ਹੋਰੀ ਮੰਚ ਦੇ ਉੱਤੇ ਆਏ। ਨਵਜੋਤ ਸਿੰਘ ਸਿੱਧੂ ਜਦੋਂ ਇੱਕੇ ਦਮ ਕੱਟੇ ਜਾਂਦੇ ਨੇ, ਉਸ ਤੋਂ ਬਾਅਦ ਘਟਨਾਕ੍ਰਮ ਜਿਹੜਾ ਇਹ ਵਾਪਰਿਆ, ਇਹ ਕੋਈ ਸੌਖਿਆ ਨਹੀਂ ਵਾਪਰਿਆ ਹੈਗਾ। ਜਿਹੜੀ ਕਾਂਗਰਸ ਦੀ ਹਾਈ ਕਮਾਂਡ ਹੈ, ਉਹਨਾਂ ਨੇ ਸ਼ਾਇਦ ਇਸ ਗੱਲ ਦਾ ਭਲੀ ਭਾਂਤ ਅੰਦਾਜ਼ਾ ਲਾ ਲਿਆ ਕਿ 2022 ਦੇ ਵਿੱਚ ਮੌਜੂਦਾ ਪ੍ਰਣਾਲੀ ਵਿੱਚ ਜਿਹੜਾ ਕਾਂਗਰਸ ਦਾ ਢਾਂਚਾ ਉਹ ਪਾਰ ਲੱਗਣਾ ਨਹੀਂ। ਇਹਦਾ ਮਤਲਬ ਕਿਸੇ ਨਾ ਕਿਸੇ ਦੂਜੇ ਵਿਅਕਤੀਆਂ ਨੂੰ ਅੱਗੇ ਲੈ ਕੇ ਆਉਣਾ ਪਵੇਗਾ, ਤਾਂ ਜੋ ਜਿਹੜਾ ਇਸ ਤਰ੍ਹਾਂ ਦੀ ਸਥਿਤੀ ਚੱਲ ਰਹੀ ਹੈ ਉਹਦੇ ਵਿੱਚ ਕਾਂਗਰਸ ਦੀ ਜਿਹੜੀ ਇਹਨੂੰ ਪਾਰ, ਬੇੜੀ ਨੂੰ ਪਾਰ ਲਾਇਆ ਜਾਵੇ। ਤੁਸੀਂ ਦੇਖੋ ਜੀ, ਨਵਜੋਤ ਸਿੰਘ ਸਿੱਧੂ ਤੇ ਕੋਈ ਇਲਜ਼ਾਮ ਨਹੀਂ, ਨਾ ਕਰਪਸ਼ਨ ਦਾ ਇਲਜ਼ਾਮ ਹੈ, ਨਾ ਕੋਈ ਹੋਰ ਇਲਜ਼ਾਮ ਹੈ। ਜੇ ਕਰਤਾਰਪੁਰ ਸਾਹਿਬ ਦਾ ਲਾਂਘਾ ਜਦੋਂ ਖੁੱਲਿਆ, ਜਿਹਦੀ ਗੱਲ ਤੁਸੀਂ ਸ਼ੁਰੂਆਤ ਕੀਤੀ, ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਵਿੱਚ ਉਹਦੇ ਇੱਕ ਮਿੱਤਰ ਇਮਰਾਨ ਖਾਨ ਵੱਲੋਂ ਜੋ ਮਾਣ ਸਤਿਕਾਰ ਉਸ ਸਮਾਗਮ ਦੇ ਵਿੱਚ ਨਵਜੋਤ ਨੂੰ ਦਿੱਤਾ ਗਿਆ, ਇੱਥੋਂ ਤੱਕ ਕਹਿਣਾ ਕਿ ਸਿੱਧੂ ਜੇ ਤੂੰ ਪਾਕਿਸਤਾਨ 'ਚ ਖੜਾ ਹੋ ਜੇ ਤੂੰ ਤਾਂ ਇੱਥੇ ਵੀ ਜਿੱਤ ਜਾਏਗਾ। ਇਸ ਕਰਕੇ ਮਤਲਬ ਨਵਜੋਤ ਸਿੱਧੂ ਇੱਕ ਵੱਖਰਾ ਚਿਹਰਾ, ਭਾਵੇਂ ਸਿਆਸਤ ਦੇ ਤੌਰ ਤੇ ਉਹਦਾ ਵੱਖਰਾ ਸਥਾਨ ਹੋਵੇ, ਪਰ ਇਸ ਸਟੇਜ ਦੇ ਉੱਤੇ ਦੇਖੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਹ ਪਾਰੀ ਖੇਡ ਸਕਦੇ ਆ, ਵੱਧ ਤੋਂ ਵੱਧ ਇੱਕ ਪਾਰੀ ਹੋਰ ਖੇਡ ਸਕਦੇ ਆ। ਉਸ ਤੋਂ ਬਾਅਦ ਤਾਂ ਦੂਜੇ ਜਿਹੜੀ ਕਤਾਰ ਦੀ ਲੀਡਰਸ਼ਿਪ ਹੈ ਉਹਨੂੰ ਅੱਗੇ ਲੈ ਕੇ ਆਉਣਾ ਪਵੇਗਾ। ਜੇ ਦੂਜੀ ਕਤਾਰ ਅੱਗੇ ਆਉਣਾ ਹੀ ਆਉਣਾ, ਉਹਨਾਂ ਨੇ ਅੱਗੇ ਆਉਣਾ ਹੈ। ਤੁਸੀਂ ਇੱਕ ਚੀਜ਼ ਦੇਖੋ, ਕਾਂਗਰਸ ਦੇ ਅੰਦਰ ਖਾਤੇ ਜਿਹੜੀ ਨੌਜਵਾਨ ਧਿਰ ਹੈ, ਉਹਦੇ ਵਿੱਚੋਂ ਬਹੁਤ ਗਿਣਤੀ ਜਿਹੜੀ ਧਿਰ ਹੈ ਉਹ ਨਵਜੋਤ ਸਿੱਧੂ ਦੇ ਨਾਲ ਖੜੀ ਹੈ। ਭਾਵੇਂ ਰਾਜੇ ਵੜਿੰਗ ਦੀ ਗੱਲ ਕਰ ਲਓ, ਜਿਹੜੇ ਨੌਜਵਾਨ ਜਿੰਨੇ ਵੀ ਨੇ, ਉਹਨਾਂ ਨੂੰ ਇਸ ਗੱਲ ਦੇ ਉੱਤੇ ਲੱਗਦਾ ਹੈ ਕਿ ਨਵਜੋਤ ਸਿੱਧੂ, ਤੁਸੀਂ ਦੇਖੋ ਵੀ ਦੂਜੀ ਕਤਾਰ ਦੇ ਵਿੱਚ ਕਾਂਗਰਸ ਕੋਲੇ ਲੀਡਰ ਹੈ ਕਿਹੜੇ ਜਿਹੜੇ ਇਹਨਾਂ ਦੀ ਬੇੜੀ ਪਾਰ ਲਾ ਸਕਣ। ਕਾਂਗਰਸ ਹਾਈ ਜਿਹੜੀਆਂ ਇੱਕ ਦੂਜੀਆਂ ਸੁਰਾਂ ਵੀ ਅਲਾਪੀਆਂ ਗਈਆਂ ਸੀ ਕਿ ਨਵਜੋਤ ਸਿੱਧੂ ਭਾਜਪਾ 'ਚ ਜਾ ਸਕਦਾ ਹੈ, ਨਵਜੋਤ ਸਿੱਧੂ ਦੀ ਭਾਜਪਾ ਨਾਲ ਗੱਲ ਹੋ ਗਈ ਹੈ, ਨਵਜੋਤ ਸਿੱਧੂ ਕਿਸੇ ਤੀਜੇ ਫਰੰਟ 'ਚ ਜਾ ਸਕਦਾ ਹੈ। ਇਹ ਸਾਰੇ ਘਟਨਾਕ੍ਰਮ ਤੋਂ ਬਾਅਦ ਘੱਟੋ ਘੱਟ ਇਸ ਗੱਲ ਤੇ ਤਾਂ ਬਰਾਮ ਲੱਗ ਗਿਆ ਕਿ ਨਵਜੋਤ ਸਿੱਧੂ ਹੁਣ ਕਾਂਗਰਸ 'ਚ ਹੀ ਹੈ, ਕਿਤੇ ਨਹੀਂ ਜਾ ਸਕਦਾ। ਉਹਨੂੰ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਇਹ ਕਿਆਸ ਰਾਈਆਂ ਜਿਹੜੀਆਂ ਚੱਲ ਰਹੀਆਂ ਨੇ, ਮੈਨੂੰ ਲੱਗਦਾ ਕਿ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਉਸ ਤੋਂ ਬਾਅਦ ਕਾਂਗਰਸ ਹਾਈ ਕਮਾਨ ਇਸ ਦਾ ਅਮਲੀ ਜਾਮਾ ਵੀ ਪਹਿਨਾਏਗੀ। ਮੈਂ ਫਿਰ ਆਪਣੀ ਗੱਲ ਨੂੰ ਰਿਪੀਟ ਕਰਾਂ ਕਿ ਹਰੀਸ਼ ਰਾਵਤ ਹੋਰੀ ਬੜੇ ਡੂੰਘੇ ਤੇ ਹੰਡੇ ਬਾਰੇ ਤੇ ਸਿਆਸਤਦਾਨ ਨੇ। ਉਹਨਾਂ ਨੇ ਜਦੋਂ ਹਾਈ ਕਮਾਂਡ ਨੇ ਉਹਨਾਂ ਨੂੰ ਇੱਥੇ ਤੋਰਿਆ, ਜਿਹੜੀ ਚੀਜ਼ ਆਸ਼ਾ ਕੁਮਾਰੀ ਪੰਜਾਬ ਵਿੱਚ ਕਾਂਗਰਸ ਦੀ ਪੂਰੀ ਕਾਂਗਰਸ ਨੂੰ ਇਕਜੁੱਟ ਰੱਖਣ ਵਿੱਚ ਕਾਮਯਾਬ ਨਹੀਂ ਹੋ ਸਕੀ, ਉਹਦੇ ਵਿੱਚ ਜਿਹੜੇ ਹਰੀਸ਼ ਰਾਵਤ ਨੇ ਉਹ ਹੁਣ ਨਜ਼ਰ ਆ ਰਹੇ ਨੇ ਕਿ ਸ਼ਾਇਦ ਅਗਲੇ ਦਿਨਾਂ ਦੇ ਵਿੱਚ ਕਾਂਗਰਸ ਨੂੰ ਇਕਜੁੱਟ ਕਰ ਸਕਣ। ਜਦੋਂ ਨਵਜੋਤ ਸਿੱਧੂ ਦਾ ਇਹ ਭਾਸ਼ਣ ਹੋਇਆ, ਤੁਸੀਂ ਉਸ ਤੋਂ ਬਾਅਦ ਦੇਖੋ ਵੀ ਸਾਰੇ ਥਾਂ ਦੇ ਉੱਤੇ ਉਹ ਕੇਂਦਰ ਬਿੰਦੂ ਰਿਹਾ। ਬਹੁ ਗਿਣਤੀ ਕਾਂਗਰਸੀ ਆਗੂ ਖੁਦ ਉਹਦੇ ਨਾਲ ਸੰਪਰਕ ਬਣਾ ਰਹੇ ਨੇ। ਬਿਲਕੁਲ ਠੀਕ ਜਿਹੜਾ ਹੈਗਾ। ਥੈਂਕ ਯੂ ਜਸਪਾਲ ਜੀ। ਮੈਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਹਰਕਮਲ ਜੀ ਤੁਹਾਡੇ ਕੋਲੋਂ ਵੀ ਸੰਖੇਪ ਵਿੱਚ ਕਮੈਂਟਸ ਲੈਣਾ ਚਾਹਾਂਗਾ। ਕੀ ਲੱਗਦਾ ਹੈ ਕਿ ਇਹਦੇ 'ਚ ਹਰੀਸ਼ ਰਾਵਤ ਦੀ ਭੂਮਿਕਾ ਵੀ ਅਹਿਮ ਹੈ? ਕਿਉਂਕਿ ਜਿਹੜੇ ਪਹਿਲਾਂ ਪਾਰਟੀ ਮਾਮਲਿਆਂ ਦੇ ਇੰਚਾਰਜ ਰਹੇ ਮੈਡਮ, ਉਹ ਸ਼ਾਇਦ ਬੁਰੀ ਤਰ੍ਹਾਂ ਫੇਲ ਹੋਇਆ ਪਾਰਟੀ ਨੂੰ ਇਕਜੁੱਟ ਰੱਖਣ 'ਚ। ਕਿਉਂਕਿ ਗੱਲ ਕੱਲੀ ਹੁਣ ਨਵਜੋਤ ਸਿੱਧੂ ਦੀ ਨਹੀਂ, ਜੇ ਆਪਾਂ ਬਾਜਵਾ ਦੀ ਗੱਲ ਕਰ ਲਈਏ, ਦੁੱਲੋਂ ਦੀ ਗੱਲ ਕਰ ਲਈਏ, ਤੇ ਹੁਣ ਨਵਜੋਤ ਸਿੱਧੂ, ਤਿੰਨੇ ਉਹ ਨਾਂ ਹੈ ਜਿਹੜੇ ਮੈਡਮ ਦੇ ਹੁੰਦਿਆਂ ਜਿਹੜਾ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਉਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਸੀ। ਤੇ ਹਰੀਸ਼ ਰਾਵਤ ਨੇ ਤਿੰਨਾਂ ਆਗੂਆਂ ਦਾ ਨਾਂ ਜਿਹੜਾ ਹੈਗਾ ਦਲੇਰੀ ਦੇ ਨਾਲ ਲਿਆ ਵੀ, ਤੇ ਉਹਨਾਂ ਨੂੰ ਸਨਮਾਨਯੋਗ ਤਰੀਕੇ ਦੇ ਨਾਲ ਪਾਰਟੀ ਅੰਦਰ ਲਿਆਉਣ ਦੀ ਉਪਰਾਲਾ ਵੀ ਕੀਤਾ ਜਾ ਰਿਹਾ ਹੈ। ਜਗਤਾਰ ਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਮਸਲਾ ਜਿਹੜਾ ਮੈਨੂੰ ਨਜ਼ਰ ਆ ਰਿਹਾ ਉਹ ਇਹ ਸੀ ਕਿ ਆਸ਼ਾ ਕੁਮਾਰੀ ਬਿਲਕੁਲ ਕੈਪਟਨ ਧੜੇ ਦੇ ਨਾਲ ਰਲ ਗਈ ਸੀ।
ਔਰ ਉਹਨੇ ਜਿਹੜਾ ਆਪਣਾ ਇੱਕ ਇੰਡੀਪੈਂਡੈਂਟ ਰੋਲ ਸੀ ਉਹਨੂੰ ਇੱਕ ਕਿਸਮ ਦਾ ਛੱਡ ਦਿੱਤਾ ਸੀ। ਰਾਵਤ ਨੇ ਆ ਕੇ ਜੋ ਉਹਨੂੰ ਜ਼ਿੰਮੇਵਾਰੀ ਪਾਰਟੀ ਹਾਈ ਕਮਾਂਡ ਨੇ ਦਿੱਤੀ ਹੈ ਉਹਨੂੰ ਸਿਰੇ ਚੜਾਉਣ ਲਈ ਉਹ ਦਿਨ ਰਾਤ ਮੈਂ ਵੇਖਿਆ ਲੱਗਾ ਹੋਇਆ। ਅੱਜ ਵੀ ਜਿਵੇਂ ਤੁਸੀਂ ਕਿਹਾ ਮਿਸਟਰ ਬਾਜਵਾ, ਅੱਜ ਮੈਨੂੰ ਪਤਾ ਲੱਗਾ ਸੀ ਕਿ ਉਹ ਮਿਸਟਰ ਬਾਜਵਾ ਦੇ ਘਰ ਲੰਚ ਤੇ ਗਏ, ਮੇਰੇ ਕੋਲ 2.5-3 ਘੰਟੇ ਉਹਨਾਂ ਦੇ ਘਰ ਰਹੇ, ਉਹਨਾਂ ਨਾਲ ਗੱਲਬਾਤ ਕੀਤੀ। ਉਹ ਮੈਨੂੰ ਲੱਗਦਾ ਕਿ ਪਾਰਟੀ ਦੇ ਜਿੰਨੇ ਨਾਰਾਜ਼ ਜਾਂ ਤੁਸੀਂ ਕਹਿ ਸਕਦੇ ਹੋ ਰੁੱਠੇ ਹੋਏ ਲੀਡਰ ਸੀ, ਜਿਨ੍ਹਾਂ ਦੇ ਕੋਈ ਆਪਣੇ ਗ੍ਰੀਵੈਂਸਸ ਹੋ ਸਕਦੇ ਨੇ ਜਾਂ ਜਿਹੜੇ ਮੌਜੂਦਾ ਸਰਕਾਰ ਦੇ ਕਾਰਜਸ਼ੈਲੀ ਤੋਂ ਬਹੁਤੇ ਖੁਸ਼ ਨਹੀਂ ਸੀ, ਉਹਨਾਂ ਸਾਰਿਆਂ ਨੂੰ ਉਹ ਜਾ ਕੇ ਮਿਲ ਰਹੇ ਨੇ, ਉਹਨਾਂ ਦਾ ਵਿਊ ਪੁਆਇੰਟ ਵੀ ਲੈ ਰਹੇ ਨੇ, ਉਹਨਾਂ ਨੂੰ ਸੈਟੀਸਫਾਈ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਨੇ ਤਾਂ ਕਿ ਸਾਰੇ ਇੱਕ ਮੰਚ ਤੇ ਇਕੱਠੇ ਹੋ ਕੇ ਪੰਜਾਬ ਦੀ ਕਾਂਗਰਸ ਸਾਰੀ ਇੱਕ ਪਲੇਟਫਾਰਮ ਤੇ ਇਕੱਠੀ ਹੋ ਕੇ ਲੜਾਈ ਲੜ ਸਕੇ, ਜਿਹੜੀ ਕਿ ਮੈਂ ਸਮਝਦਾ ਸਿਆਸੀ ਜਮਾਤ ਲਈ ਬੜੀ ਚੰਗੀ ਗੱਲ ਹੈ। ਔਰ ਤੁਸੀਂ ਇੱਕ ਇੰਟਰਸਟਿੰਗ ਗੱਲ ਦੇਖੋ ਹਰਕਮਲ ਜੀ, ਆਈ ਐਮ ਸੌਰੀ, ਤੁਸੀਂ ਅਹਿਮ ਮੁੱਦੇ ਤੇ ਚਰਚਾ ਕਰ ਰਹੇ ਹੋ। ਹਰਕਮਲ ਜੀ, ਆਪਣੀ ਮਜਬੂਰੀ ਹੈ ਬ੍ਰੇਕ ਦੀ, ਮੈਂ ਬ੍ਰੇਕ ਤੋਂ ਬਾਅਦ ਆ ਰਿਹਾ ਤੁਹਾਡੇ ਵੱਲ, ਲੈਣੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਪਾਂ ਇਸੇ ਮੁੱਦੇ ਤੇ ਆ ਰਹੇ ਹਾਂ ਵਾਪਸ, ਜਿਸ ਮੁੱਦੇ ਤੇ ਹਰਕਮਲ ਜੀ ਚਰਚਾ ਕਰ ਰਹੇ ਹੈ ਕਿ ਕਿਸ ਤਰੀਕੇ ਦੇ ਨਾਲ ਕਾਂਗਰਸ 'ਚ ਤੇਜ਼ੀ ਦੇ ਨਾਲ ਪ੍ਰਸਥਿਤੀਆਂ ਬਦਲ ਰਹੀਆਂ। ਗੱਲ ਕਰਾਂਗੇ ਇਸੇ ਮੁੱਦੇ ਤੇ ਪਰ ਛੋਟੀ ਜਿਹੀ ਬ੍ਰੇਕ ਦੇ ਬਾਅਦ। ਨਜ਼ਰੀਆ ਦੀ ਟੀਵੀ ਦਰਸ਼ਕਾਂ ਦਾ ਸਵਾਗਤ। ਆਪਾਂ ਚਰਚਾ ਕਰ ਰਹੇ ਹਾਂ ਨਵਜੋਤ ਸਿੱਧੂ ਦੇ ਮਾਮਲੇ ਨੂੰ ਲੈ ਕੇ ਕਿ ਕਿਸ ਤਰੀਕੇ ਨਾਲ ਕਾਂਗਰਸ ਪਾਰਟੀ ਦੇ ਅੰਦਰ ਤੇਜ਼ੀ ਨਾਲ ਬਦਲ ਰਿਹਾ ਘਟਨਾਕ੍ਰਮ। ਹਰਕਮਲ ਜੀ, ਤੁਸੀਂ ਬ੍ਰੇਕ ਤੋਂ ਪਹਿਲਾਂ ਜਿਸ ਮੁੱਦੇ ਤੇ ਗੱਲ ਕਰਨੀ ਚਾਹੁੰਦੇ ਸੀ, ਤੁਸੀਂ ਆਪਣੀ ਗੱਲ ਦਾ ਜਿਹੜਾ ਉਹ ਤਾਂ ਕਰਿਓ ਜਵਾਬ ਦਿਓ ਹੀ ਦਿਓ, ਪਰ ਮੈਂ ਇੱਕ ਸਵਾਲ ਵੀ ਲੈਣਾ ਚਾਹਾਂਗਾ ਜਿਹਦਾ ਜਵਾਬ ਤੁਸੀਂ ਜ਼ਰੂਰ ਦਿਓ ਕਿ ਜੋ ਪ੍ਰਸਥਿਤੀਆਂ ਬਦਲ ਰਹੀਆਂ, ਕਿਤੇ ਬਦਲੀਆਂ ਪ੍ਰਸਥਿਤੀਆਂ 'ਚ ਇਹ ਵੀ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਦੀ ਪਾਰਟੀ ਹਾਈ ਕਮਾਂਡ ਦੇ ਜਿਹੜੀ ਗ੍ਰਿਪ ਕਹਿ ਲਈਏ, ਪਕੜ ਕਹਿ ਲਈਏ, ਉਹ ਨਹੀਂ ਰਹੀ ਉਸ ਤਰੀਕੇ ਨਾਲ, ਕਿਉਂਕਿ ਜੋ ਕੁਝ ਕਿਹਾ ਗਿਆ ਸੀਗਾ ਕੁਝ ਦਿਨ ਪਹਿਲਾਂ ਸੀਐਮ ਵੱਲੋਂ ਵੀ ਕਿਹਾ ਗਿਆ ਸੀ ਕਿ ਨਵਜੋਤ ਸਿੱਧੂ 3 ਸਾਲ ਵਾਲਾ ਹੁਣ ਕਿਵੇਂ ਪ੍ਰਧਾਨ ਬਣ ਸਕਦਾ ਹੈ। ਨਵਜੋਤ ਸਿੱਧੂ ਬਾਰੇ ਇਹ ਵੀ ਕਿਹਾ ਗਿਆ ਕੈਪਟਨ ਅਮਰਿੰਦਰ ਵੱਲੋਂ ਕਿ ਉਹਦੇ ਲਈ ਜਿਹੜਾ ਬਿਜਲੀ ਵਾਲਾ ਮਹਿਕਮਾ ਖਾਲੀ ਪਿਆ ਉੱਥੇ ਆ ਸਕਦਾ ਹੈ। ਇਦਾਂ ਹੀ ਬਾਜਵਾ ਤੇ ਦੁੱਲੋਂ ਨੂੰ ਬਾਹਰ ਦਾ ਰਸਤਾ ਦਿਖਾਉਣ ਦੀ ਜਿਹੜੀ ਗੱਲ ਕੀਤੀ ਗਈ, ਉਹ ਸਾਰਾ ਕੁਝ ਹੀ ਹੁਣ ਬਦਲਿਆ ਨਜ਼ਰ ਆ ਰਿਹਾ। ਤੁਸੀਂ ਆਪਣੀ ਗੱਲ ਵੀ ਕਰਿਓ ਔਰ ਇਹਦੇ ਤੇ ਵੀ ਮੈਂ ਕਮੈਂਟ ਚਾਹਾਂਗਾ। ਜੀ ਹਰਕਮਲ ਜੀ। ਜਗਤਾਰ ਜੀ, ਮੈਂ ਤੁਹਾਨੂੰ ਇਹੀ ਦੱਸਣ ਲੱਗਾ ਸੀ ਕਿ ਕੁਝ ਦਿਨ ਪਹਿਲਾਂ ਤੁਹਾਨੂੰ ਖਿਆਲ ਹੋਏਗਾ ਕਿ ਨਵਜੋਤ ਨੇ ਇੱਕ ਸਟੇਟਮੈਂਟ ਦਿੱਤੀ ਸੀ। ਇਹ ਗੱਲ ਉਹਨੇ ਬਦਨੀ ਕਲਾਂ ਬੋਲਦਿਆਂ ਵੀ ਕਹੀ ਸੀ ਕਿ ਜੇ ਕੇਂਦਰ ਸਰਕਾਰ ਕਿਸਾਨਾਂ ਨੂੰ MSP ਨਹੀਂ ਦੇ ਸਕਦੀ, ਉਹਨਾਂ ਦੀ ਕਣਕ ਨਹੀਂ ਚੁੱਕ ਸਕਦੀ, ਤੇ ਸਟੇਟ ਗਵਰਨਮੈਂਟ ਨੂੰ ਉਹਦੇ ਲਈ ਕੁਝ ਕਰਨਾ ਚਾਹੀਦਾ ਹੈ। ਸਟੇਟ ਗਵਰਨਮੈਂਟ ਨੂੰ ਉਹਦੇ ਲਈ ਕੋਈ ਉਪਰਾਲਾ ਕਰਨਾ ਚਾਹੀਦਾ ਹੈ। ਔਰ ਉਹਨੇ ਇਹ ਵੀ ਬਾਅਦ ਦੇ ਵਿੱਚ ਇੱਕ ਸਟੇਟਮੈਂਟ 'ਚ ਦਲੀਲ ਦਿੱਤੀ ਕਿ ਪੰਜਾਬ ਗਵਰਨਮੈਂਟ ਆਪਣਾ ਰੈਵਨਿਊ ਵਧਾ ਸਕਦੀ ਹੈ ਜੇ ਕੋਈ ਫਾਈਨੈਂਸ਼ੀਅਲ ਪ੍ਰੋਬਲਮਸ ਹੈਗੀਆਂ, ਜਿਹੜੀ ਲੁੱਟ ਹੈਗੀ ਹੈ ਰੇਤੇ ਬਜਰੀ ਦੀ, ਜੇ ਉਹਨੂੰ ਰੋਕਿਆ ਜਾਏ, ਜੇ ਕੋਈ ਸ਼ਰਾਬ ਮਾਫੀਆ ਨੂੰ ਖਤਮ ਕੀਤਾ ਜਾਏ, ਜੇ ਟਰਾਂਸਪੋਰਟ ਮਾਫੀਆ ਨੂੰ ਖਤਮ ਕੀਤਾ ਜਾਏ, ਤੇ ਗਵਰਨਮੈਂਟ ਦਾ ਰੈਵਨਿਊ ਵੀ ਵੱਧ ਸਕਦਾ ਹੈ, ਗਵਰਨਮੈਂਟ ਦੀ ਆਮਦਨ ਵੀ ਵੱਧ ਸਕਦੀ ਹੈ, ਗਵਰਨਮੈਂਟ ਦੀ ਹਾਲਤ ਵੀ ਸੁਧਰ ਸਕਦੀ ਹੈ। ਔਰ ਹਰਕਮਲ ਜੀ, ਮੈਂ ਤੁਹਾਨੂੰ ਵਿੱਚੋਂ ਟੋਕ ਰਿਹਾ, ਹਰਕਮਲ ਜੀ ਮੈਂ ਤੁਹਾਨੂੰ ਵਿੱਚੋਂ ਟੋਕ ਰਿਹਾ। ਬਿਲਕੁਲ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ, ਵਿਰੋਧੀ ਧਿਰ ਦੇ ਨੇਤਾ ਅਮਨ ਅਰੋੜਾ ਨੇ ਵੀ ਬਿਲਕੁਲ ਇਦਾਂ ਦੀ ਮਿਲਦੀ ਜੁਲਦੀ ਦਲੀਲ ਦਿੱਤੀ ਹੈ ਸਦਨ ਦੇ ਅੰਦਰ ਕਿ ਤੁਸੀਂ ਆਪਣਾ ਉਪਰਾਲਾ ਕਰ ਸਕਦੇ ਹੋ ਜੇ ਲੁੱਟ ਖਸੁੱਟ ਦੇ ਰਾਹ ਬੰਦ ਕਰੇ ਜਾਣ। ਜੀ ਪਲੀਜ਼ ਕੰਟੀਨਿਊ। ਲੇਕਿਨ ਸੀਐਮ ਸਾਹਿਬ ਉਸ ਗੱਲ ਤੋਂ ਬਹੁਤ ਪਰੇਸ਼ਾਨ ਹੋਏ ਸੀ, ਬਹੁਤ ਔਖੇ ਸੀ, ਔਰ ਉਹਨਾਂ ਨੇ ਈਵਨ ਐਤਕੀ ਅਸੈਂਬਲੀ 'ਚ ਵੀ ਇਹ ਗੱਲ ਕਹੀ ਕਿ ਸਟੇਟ ਗਵਰਨਮੈਂਟ 60,000 ਕਰੋੜ ਦਾ ਇਹ ਖਰਚਾ ਜਿਹੜਾ ਆਪਣੇ ਸਿਰ ਤੇ ਨਹੀਂ ਲੈ ਸਕਦੀ। ਅਸੀਂ ਸਾਰੇ ਇੱਕ ਸਾਲ ਦੇ ਵਿੱਚ 60,000 ਕਰੋੜ ਦਾ ਝੋਨਾ ਤੇ ਕਣਕ ਪਰਚੇਜ਼ ਕਰਨੇ ਆ, ਸਟੇਟ ਗਵਰਨਮੈਂਟ ਕੋਲੇ ਸਾਧਨ ਨਹੀਂ। ਲੇਕਿਨ ਜਦੋਂ ਇਹ ਗੱਲ ਹਰੀਸ਼ ਰਾਵਤ ਨੂੰ ਪੁੱਛੀ ਗਈ ਕਿ ਜੀ ਨਵਜੋਤ ਨੇ ਇਹ ਗੱਲ ਕਹੀ ਸੀ ਜਿਹੜੀ ਕਿ ਪੰਜਾਬ ਸਰਕਾਰ ਜਾਂ ਸੀਐਮ ਸਾਹਿਬ ਨੇ ਬਿਲਕੁਲ ਰੱਦ ਕੀਤੀ ਹੈ, ਰਾਵਤ ਕਹਿੰਦਾ ਕਿ ਮੈਂ ਨਵਜੋਤ ਦੇ ਨਾਲ ਸਹਿਮਤ ਹਾਂ। ਉਹਨੇ ਠੀਕ ਕਿਹਾ, ਸਟੇਟ ਗਵਰਨਮੈਂਟ ਨੂੰ ਕਿਸਾਨਾਂ ਦੇ ਹੱਕ ਖੜੇ ਹੋਣਾ ਚਾਹੀਦਾ ਹੈ। ਜੇ ਉਹਨਾਂ ਤੇ ਕੋਈ ਮੁਸ਼ਕਲ ਪੈਦਾ ਉਹਨਾਂ ਲਈ ਹੋ ਰਹੀ ਹੈ, ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ, ਸਟੇਟ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ। ਕਹਿੰਦਾ ਇਹ ਗੱਲ ਦੂਸਰੀ ਹੈ ਕਿ ਸਟੇਟ ਗਵਰਨਮੈਂਟ ਦੇ ਅੱਜ ਮਾਇਕ ਸਾਧਨ ਨਹੀਂ ਹੈਗੇ ਉਹਦੇ ਲਈ, ਉਹ ਕਹਿੰਦਾ ਗੱਲ ਵੱਖਰੀ ਹੈ। ਔਰ ਲੇਕਿਨ ਜਦੋਂ ਉਹਨੂੰ ਪੁੱਛਿਆ ਗਿਆ ਕਿ ਉਹਨੇ ਇਹ ਪ੍ਰਪੋਜ਼ ਕੀਤਾ ਸੀ ਨਵਜੋਤ ਨੇ ਕਿ ਜੀ ਤੁਸੀਂ ਜਿਹੜੇ ਮਾਫੀਏ ਹੈਗੇ ਨੇ, ਰੇਤ ਬਜਰੀ ਟਰਾਂਸਪੋਰਟ ਸ਼ਰਾਬ, ਇਹਨਾਂ ਨੂੰ ਖਤਮ ਕਰੋ ਔਰ ਸਟੇਟ ਗਵਰਨਮੈਂਟ ਦਾ ਰੈਵਨਿਊ ਵਧਾਓ, ਕਹਿੰਦਾ ਮੈਂ ਇਹਦੇ ਨਾਲ ਵੀ ਸਹਿਮਤ ਹਾਂ। ਕਹਿੰਦਾ ਇਹ ਵੀ ਚੰਗੀ ਗੱਲ ਹੈ, ਰੈਵਨਿਊ ਵਧਣਾ ਚਾਹੀਦਾ, ਰੈਵਨਿਊ ਵਧਾਉਣਾ ਚਾਹੀਦਾ, ਚੋਰੀ ਖਤਮ ਹੋਣੀ ਚਾਹੀਦੀ ਹੈ। ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾਓ ਕਿ ਹਰੀਸ਼ ਰਾਵਤ ਨੂੰ ਇਹ ਬਰੀਫ ਹੈਗਾ ਕਿਸਮ ਦਾ ਕਿ ਉਹਨੇ ਕੋਈ ਇਹੋ ਜਿਹੀ ਗੱਲ ਨਹੀਂ ਕਰਨੀ ਜਿਹਦੇ ਨਾਲ ਨਵਜੋਤ
ਕਿਸੇ ਗੱਲ ਤੋਂ ਨਾਰਾਜ਼ ਹੋ ਸਕੇ ਔਰ ਉਹਨੇ ਬਿਲਕੁਲ ਆਊਟ ਆਫ ਦੀ ਵੇ ਜਾ ਕੇ ਵੀ ਇੱਕ ਕਿਸਮ ਦੀ ਮਦਦ ਕੀਤੀ ਨਵਜੋਤ ਦੀ ਜਿਸ ਢੰਗ ਦੇ ਨਾਲ। ਉਹਦੇ ਤੋਂ ਤੁਹਾਨੂੰ ਹਾਈ ਕਮਾਂਡ, ਕਾਂਗਰਸ ਹਾਈ ਕਮਾਂਡ ਦਾ ਮੈਸੇਜ ਬੜਾ ਕਲੀਅਰ ਨਜ਼ਰ ਆਉਂਦਾ ਹੈਗਾ। ਔਰ ਮੈਨੂੰ ਲੱਗਦਾ ਕਿ ਜਿਵੇਂ ਤੁਸੀਂ ਦੱਸਿਆ ਕਿ ਬਿੱਟੂ ਨੇ ਮਗਰਲੇ ਦਿਨਾਂ 'ਚ ਕੋਈ ਗੱਲ ਕੀਤੀ ਜਾਂ ਬਾਕੀ ਲੀਡਰਾਂ ਨੇ ਵੀ ਕੋਈ ਗੱਲ ਕੀਤੀ, ਮੇਰੇ ਖਿਆਲ ਉਹਨਾਂ ਨੂੰ ਵੀ ਹੁਣ ਸਮਝ ਪੈ ਗਈ ਹੋਣੀ ਹੈ। ਸੁਖਜਿੰਦਰ ਰੰਧਾਵੇ ਨੇ ਵੀ, ਮੇਰੇ ਖਿਆਲ ਇਹ ਸਾਰਿਆਂ ਨੂੰ ਇਹ ਮੈਸੇਜ ਹੁਣ ਤਕਰੀਬਨ ਮਿਲ ਗਿਆ ਹੋਏਗਾ ਕਿ ਕਾਂਗਰਸ ਹਾਈ ਕਮਾਂਡ ਕੀ ਚਾਹੁੰਦੀ ਹੈਗੀ ਹੈ ਔਰ ਕਾਂਗਰਸ ਹਾਈ ਕਮਾਂਡ ਕਿਸ ਪਾਸੇ ਅੱਗੇ ਵੱਧ ਰਹੀ ਹੈ। ਔਰ ਜੋ ਨਜ਼ਰ ਆ ਰਿਹਾ ਹੈ, ਜੇ ਆਉਂਦੇ ਦਿਨਾਂ 'ਚ ਉਹ ਨਵਜੋਤ ਸਿੱਧੂ ਨੂੰ ਕੋਈ ਇੰਪੋਰਟੈਂਟ ਜ਼ਿੰਮੇਵਾਰੀ ਦੇ ਦਿੰਦੇ ਨੇ ਤੇ ਮੈਨੂੰ ਲੱਗਦਾ ਕਿ ਉਹ ਸਾਰਿਆਂ ਦੀ ਇੱਕ ਜ਼ਿੰਮੇਵਾਰੀ ਬਣ ਜਾਏਗੀ ਉਹਦੇ ਨਾਲ ਚੱਲਣਾ, ਉਹਨੂੰ ਮਦਦ ਦੇਣਾ। ਆਫਟਰ ਆਲ ਕਾਂਗਰਸ ਪਾਰਟੀ ਦਾ ਇੱਕ ਕਿਰਦਾਰ ਹੈਗਾ, ਇੱਕ ਕਰੈਕਟਰ ਹੈਗਾ ਕਿ ਜਿਹਦੇ ਨਾਲ ਹਾਈ ਕਮਾਂਡ ਹੁੰਦੀ ਹੈ ਹਰ ਕਾਂਗਰਸਮੈਨ ਨੂੰ ਉਹਦੇ ਨਾਲ ਮਿਲ ਕੇ ਚੱਲਣਾ ਪੈਂਦਾ ਹੈ। ਸੋ ਮੇਰੇ ਖਿਆਲ ਦੇ ਵਿੱਚ ਇਹ ਇੱਕ ਤੁਸੀਂ ਤੈਅ ਸਮਝੋ ਕਿ ਜੇ ਕਾਂਗਰਸ ਹਾਈ ਕਮਾਂਡ ਨਵਜੋਤ ਸਿੱਧੂ ਨੂੰ ਪਾਰਟੀ 'ਚ ਕੋਈ ਅਹਿਮ ਪੋਜੀਸ਼ਨ ਦੇਣਾ ਚਾਹੁੰਦੀ ਹੈ ਤੇ ਉਹਨੂੰ ਕੋਈ ਰੋਕ ਨਹੀਂ ਸਕੇਗਾ। ਔਰ ਜਿਵੇਂ ਤੁਸੀਂ ਕਿਹਾ ਕਿ ਜਿਵੇਂ ਸ਼ਮਸ਼ੇਰ ਸਿੰਘ ਦੂਲੋ ਜਾਂ ਪ੍ਰਤਾਪ ਸਿੰਘ ਬਾਜਵਾ, ਉਹਨਾਂ ਦੇ ਖਿਲਾਫ ਵੀ ਮਗਰਲੇ ਦਿਨਾਂ 'ਚ ਇਹੋ ਜਿਹੀਆਂ ਗੱਲਾਂ ਹੁੰਦੀਆਂ ਰਹੀਆਂ ਕਿ ਉਹਨਾਂ ਨੂੰ ਜੀ ਪਾਰਟੀ 'ਚੋਂ ਬਾਹਰ ਦਾ ਰਸਤਾ ਦਿਖਾਓ, ਉਹਨਾਂ ਤੇ ਕਾਰਵਾਈ ਕਰੋ ਅਨੁਸ਼ਾਸਨ ਦੀ। ਅੱਜ ਜਿਵੇਂ ਰਾਵਤ 2.5 ਘੰਟੇ 3 ਘੰਟੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੇ ਘਰ ਬੈਠੇ ਰਹੇ, ਉਹਨਾਂ ਦੇ ਘਰ ਉਹਨਾਂ ਨੇ ਲੰਚ ਕੀਤਾ, ਉਹਨਾਂ ਨਾਲ ਗੱਲਬਾਤ ਕੀਤੀ। ਉਹਦੇ ਤੋਂ ਮੇਰੇ ਖਿਆਲ ਹੁਣ ਸਭ ਨੂੰ ਇਹ ਮੈਸੇਜ ਬੜਾ ਕਲੀਅਰ ਚਲਾ ਜਾਏਗਾ ਕਿ ਕਾਂਗਰਸ ਹਾਈ ਕਮਾਂਡ ਕੀ ਚਾਹੁੰਦੀ ਹੈ। ਆਫਟਰ ਆਲ ਰਾਵਤ ਕਾਂਗਰਸ ਹਾਈ ਕਮਾਂਡ ਦੇ ਮਰਜ਼ੀ ਦੇ ਖਿਲਾਫ ਤੇ ਪ੍ਰਤਾਪ ਬਾਜਵੇ ਦੇ ਘਰ ਨਹੀਂ ਗਿਆ ਹੋਣਾ। ਜੇ ਉਹਨੇ ਜਾ ਕੇ ਉਹਨਾਂ ਨਾਲ ਕੋਈ ਗੱਲ ਕੀਤੀ ਹੈ, ਉਹਨਾਂ ਦੇ ਘਰ ਜਾ ਕੇ ਖਾਣਾ ਖਾਧਾ, ਉਹਦਾ ਕੋਈ ਪਰਪਸ ਹੈਗਾ। ਉਹ ਇਹਦਾ ਮਤਲਬ ਬੜਾ ਸਪਸ਼ਟ ਹੈਗਾ ਕਿ ਪਾਰਟੀ ਹਾਈ ਕਮਾਂਡ ਇਹਨਾਂ ਸਾਰੇ ਆਗੂਆਂ ਨੂੰ ਇੰਪੋਰਟੈਂਟ ਸਮਝਦੀ ਹੈ ਔਰ ਉਹ ਪਾਰਟੀ ਦੇ ਨਾਲ ਜੋੜਨਾ ਚਾਹੁੰਦੀ ਹੈ। ਜੀ ਬਿਲਕੁਲ ਠੀਕ ਜਗ੍ਹਾ ਪ੍ਰਾਸ਼ਾ ਜੀ, ਹਰਕਾਉਂ ਜੀ ਦੇ ਕਮੈਂਟਸ ਹੈ ਕਿ ਪਾਰਟੀ ਹਾਈ ਕਮਾਂਡ ਇਹਨਾਂ ਆਗੂਆਂ ਨੂੰ ਜੋੜਨਾ ਚਾਹੁੰਦੀ ਹੈ। ਜਿੱਦਾਂ ਜਸਪਾਲ ਜੀ ਪਹਿਲਾਂ ਇਸ ਮੁੱਦੇ ਤੇ ਜ਼ਿਕਰ ਕਰ ਰਹੇ ਸੀ, ਜਿਹੜੀਆਂ ਪੰਜਾਬ ਵਿਧਾਨ ਸਭਾ ਦੀਆਂ ਆ ਰਹੀਆਂ ਚੋਣਾਂ ਪ੍ਰਾਸ਼ਾ ਜੀ, ਉਹ ਸਾਹਮਣੇ ਆ ਹੋਰ ਥੋੜੀ ਦੇਰ ਬਾਅਦ, ਬਲਕਿ ਹੁਣੇ ਹੀ ਪੰਜਾਬ 'ਚ ਮਾਹੌਲ ਬਣਨਾ ਸ਼ੁਰੂ ਹੀ ਹੋ ਗਿਆ। ਜੇ ਆਪਾਂ ਆਪ ਦੀ ਗੱਲ ਕਰ ਲਈਏ, ਅਕਾਲੀਆਂ ਦੀ ਗੱਲ ਕਰ ਲਈਏ, ਭਾਜਪਾ ਦੀ ਗੱਲ ਕਰ ਲਈਏ, ਸ਼ਾਇਦ ਕਾਂਗਰਸ ਹਾਈ ਕਮਾਂਡ ਨੂੰ ਕਿਤੇ ਇਹ ਵੀ ਲੱਗਦਾ ਹੋਵੇਗਾ ਜੇ ਨਵਜੋਤ ਸਿੱਧੂ ਅਗਲੇ ਜਿਹੜੇ ਹੈਗੇ ਚਿਹਰੇ ਜਿਹੜੇ ਉਹਨਾਂ ਦੇ ਵਿੱਚ ਸ਼ਾਮਲ ਹੋਣਗੇ ਤਾਂ ਸ਼ਾਇਦ ਪੰਜਾਬ ਦੇ ਵਿੱਚ ਕਾਂਗਰਸ ਦੀ ਸਥਿਤੀ ਜਿਹੜੀ ਹੈਗੀ ਹੈ ਮਜ਼ਬੂਤ ਹੋ ਸਕਦੀ ਹੈ। 2022 ਦੀਆਂ ਚੋਣਾਂ ਦੇ ਮੱਦੇਨਜ਼ਰ ਵੀ ਪਾਰਟੀ ਹਾਈ ਕਮਾਂਡ ਲੱਗਦਾ ਪ੍ਰਾਸ਼ਾ ਜੀ ਨਵਜੋਤ ਸਿੱਧੂ ਤੇ ਨਿਗਾਹ ਰੱਖ ਰਹੀ ਹੋਏਗੀ। ਜਗਤਾਰ ਜੀ, 2022 ਦੇ ਇਲੈਕਸ਼ਨ ਨੇੜੇ ਆ ਰਹੇ ਹੈ ਔਰ ਜਿਹੜੇ ਪੰਜਾਬ ਦੇ ਵਿੱਚ ਅਮਰਿੰਦਰ ਸਰਕਾਰ ਹੈ ਉਹ ਹਿੰਦੁਸਤਾਨ ਦੇ ਵਿੱਚ ਜਿੱਥੇ ਜਿੱਥੇ ਕਾਂਗਰਸ ਦੀ ਸਰਕਾਰ ਹੈ ਉਹਨਾਂ ਸਭ ਤੋਂ ਜ਼ਿਆਦਾ ਸਟੇਬਲ ਹੈ ਔਰ ਸਭ ਤੋਂ ਜ਼ਿਆਦਾ ਆਪਣੀ ਜਿਹੜੀ ਹੈ ਇਫੈਕਟਿਵ ਸਾਬਿਤ ਹੋਈ ਹੈ। ਔਰ ਮੈਂ ਸਮਝਦਾ ਹਾਂ ਕਿ ਹਾਈ ਕਮਾਂਡ ਜਿਹੜਾ ਹੈ ਪੰਜਾਬ ਨੂੰ ਕਾਂਗਰਸ ਦੇ ਹੱਥੋਂ ਜਾਣ ਲਈ ਕਿਸੇ ਵੀ ਕੀਮਤ ਦੇ ਵਿੱਚ ਤਿਆਰ ਨਹੀਂ ਹੋਏਗਾ। ਤਾਂ ਉਹਨਾਂ ਨੇ ਇਹਦੇ ਸਾਰੇ ਤੇ ਨਜ਼ਰ ਰੱਖਦੇ ਹੋਏ ਬੜੀ ਕੂਲ ਤੇ ਕੇਅਰਫੁਲ ਅਸੈਸਮੈਂਟ ਕੀਤੀ ਹੈ ਕਿ ਜੇ ਨਵਜੋਤ ਸਿੰਘ ਸਿੱਧੂ ਵਰਗੀ ਪਰਸਨੈਲਿਟੀ ਪਾਰਟੀ ਵਿੱਚ ਰਹਿੰਦੀ ਹੈ ਤਾਂ ਇਹਦਾ ਕੀ ਨਫਾ ਹੈ ਔਰ ਕੀ ਨੁਕਸਾਨ ਹੈ। ਔਰ ਉਸ ਤੋਂ ਬੜਾ ਔਰ ਕਲੀਅਰ ਹੈਗਾ ਕਿ ਜੇ ਤਾਂ ਉਹ ਪਾਰਟੀ ਦੇ ਵਿੱਚ ਰਹਿੰਦੇ ਹੈ ਤਾਂ ਹੀ ਵਿਲ ਬੀ ਐਨ ਅਸੈਟ ਟੂ ਦੀ ਕਾਂਗਰਸ ਪਾਰਟੀ। ਇਹਦਾ ਬੜਾ ਸਰਮਾਇਆ ਹੈ, ਉਹਦੀ ਸਟਾਰ ਪਾਵਰ ਹੈ, ਨਾਲ ਉਹਦੇ ਬੰਦੇ ਹੈ, ਆਪਣੀ ਇਮੇਜ ਉਹਦੀ ਸਾਫ਼ ਸੁਥਰੀ ਹੈਗੀ ਹੈ। ਤਾਂ ਪਾਰਟੀ ਹਰ ਢੰਗ ਨਾਲ ਉਹ ਫਾਇਦਾ ਹੀ ਫਾਇਦਾ ਪਹੁੰਚਾਏਗਾ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ। ਔਰ ਜੇ ਉਹ ਪਾਰਟੀ ਛੱਡ ਜਾਂਦਾ ਹੈ ਜਾਂ ਉਹਨੂੰ ਆਪਾਂ ਕਿਤੇ ਹੋਰ ਪਾਸੇ ਧਕੇਲ ਦਿੰਦੇ ਹਾਂ, ਚਾਹੇ ਉਹ ਆਮ 'ਚ ਚੱਲ ਜਾਏ, ਬੀਜੇਪੀ 'ਚ ਚੱਲ ਜਾਏ, ਆਪਣੀ ਪਾਰਟੀ 'ਚ ਲਾ ਲੈ, ਤਾਂ ਉਹਦਾ ਦੇਖੋ ਕੀ ਨੁਕਸਾਨ ਹੋਏਗਾ। ਕਾਂਗਰਸ ਪਾਰਟੀ ਚਾਹੇ ਪਿੱਠ ਤਾਂ ਸ਼ਾਇਦ ਨਾ ਲਾ ਸਕੇ ਲੇਕਿਨ ਨੁਕਸਾਨ ਪਹੁੰਚਾ ਦੇਗਾ। ਤਾਂ ਇਹਨਾਂ ਨੇ ਇਹ ਸੋਚਿਆ ਕਿ ਹਰ ਕੀਮਤ ਤੇ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਪਾਰਟੀ 'ਚ ਰੱਖਣਾ ਬਹੁਤ ਜ਼ਰੂਰੀ ਹੈ ਔਰ ਉਹਦੀ ਡਿਊਟੀ ਜਿਹੜੀ ਹੈ। ਬ੍ਰਾਸ਼ੀ ਜੀ, ਇੱਕ ਸਵਾਲ ਮੈਂ ਇਸ ਮੁੱਦੇ ਤੇ ਜਦੋਂ ਉਹਨਾਂ ਨੂੰ ਪਾਰਟੀ 'ਚ ਰੱਖਣ ਦੀ ਗੱਲ ਕਰਦੇ ਹਾਂ, ਮੈਂ ਜਵਾਬ ਵੀ ਦਰਸ਼ਕਾਂ ਲਈ ਲੈਣਾ ਚਾਹਾਂਗਾ। ਦੇਖੋ, ਜਦੋਂ ਕੱਲ ਨੂੰ ਟੱਕਰ ਹੁੰਦੀ ਹੈ ਤਾਂ ਉਹਦੇ 'ਚ ਅਕਾਲੀ ਦਲ ਜਿਹੜਾ ਵਿਧਾਨ ਸਭਾ ਦੀਆਂ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਹੈ, ਤਿੰਨਾਂ ਪਾਰਟੀਆਂ ਦੇ ਮੱਦੇਨਜ਼ਰ ਜੇ ਪੰਜਾਬ 'ਚ ਕੋਈ ਤਕੜੀ ਲੜਾਈ ਦੇ ਸਕਦਾ ਹੈ, ਕਿਉਂਕਿ ਤਿੰਨੇ ਪਾਰਟੀਆਂ ਜੋ ਘੱਟੋ ਘੱਟ ਜਿਹੜਾ ਹੈਗਾ ਆਮ ਵਾਲੇ ਵੀ ਉਹਨੂੰ ਆਵਾਜ਼ਾਂ ਮਾਰਦੇ ਰਹੇ ਹੈ, ਭਾਜਪਾ ਵਾਲੇ ਆਵਾਜ਼ਾਂ ਮਾਰਦੇ ਰਹੇ ਹੈ, ਤੀਜੇ ਫਰੰਟ ਵਾਲੇ ਆਵਾਜ਼ਾਂ ਮਾਰਦੇ ਰਹੇ ਹੈ। ਇਸ ਕਰਕੇ ਨਵਜੋਤ ਸਿੱਧੂ ਜਿਹੜਾ ਹੈਗਾ ਇਹਨਾਂ ਧਿਰਾਂ ਦੇ ਮੁਕਾਬਲੇ 'ਚ ਲੱਗਦਾ ਕਾਂਗਰਸ ਨੂੰ ਇੱਕ ਚੰਗੀ ਸਥਿਤੀ ਦੇ ਸਕਦਾ ਉਹਦੇ ਨਾਲ ਲੱਗ ਕੇ। ਤੁਸੀਂ ਇਹ ਦੇਖੋ ਨਾ ਕਿ ਉਹਨੂੰ ਸਾਰੀਆਂ ਪਾਰਟੀਆਂ ਆਵਾਜ਼ਾਂ ਮਾਰ ਰਹੀਆਂ, ਨਵਜੋਤ ਸਿੱਧੂ ਦੀ ਕੀ ਮਾਰਕੀਟ ਵੈਲਿਊ ਹੈ ਉਹ ਇਸੇ ਤੋਂ ਸਾਬਤ ਹੋ ਜਾਂਦੀ ਹੈ
ਕਿ ਜਿੱਥੇ ਵੀ ਜਾਏਗਾ ਉੱਥੇ ਜਾ ਕੇ ਉਹ ਪਾਰਟੀ ਨੂੰ ਚੜ੍ਹਦੀ ਕਲਾ 'ਚ ਰੱਖੇਗਾ। ਐਸੀ ਕਰਕੇ ਕਾਂਗਰਸ ਹਾਈ ਕਮਾਂਡ ਨੇ ਹਰੀਸ਼ ਰਾਵਤ ਦੀ ਡਿਊਟੀ ਲਾਈ ਹੈ ਕਿ ਤੂੰ ਜਾ ਕੇ ਪਾਰਟੀ ਨੂੰ ਇਕਜੁੱਟ ਕਰਨਾ ਹੈ। ਆਪਾਂ ਉੱਥੇ ਜਿਹੜੇ ਚਾਹੇ ਸੀਐਮ ਸਾਹਿਬ ਹੈ, ਸੀਐਮ ਦੀ ਦੇਖੋ ਇਸ ਵੇਲੇ 2 ਐਮਪੀਆਂ ਨਾਲ ਨਹੀਂ ਬਣ ਰਹੀ, ਨਵਜੋਤ ਸਿੱਧੂ ਨਹੀਂ ਬਣ ਰਹੀ, ਤੁਹਾਡਾ ਕੰਮ ਹੈ ਕਿ ਉਹਨਾਂ ਸਾਰਿਆਂ ਨੂੰ ਇਕੱਠੇ ਕਰੋ। ਹੁਣ ਮੈਂ ਸਮਝਦਾ ਹਾਂ ਕਿ ਪਿਛਲੇ 3-4 ਰੋਜ਼ ਦਾ ਜੋ ਘਟਨਾਕ੍ਰਮ ਹੋਇਆ ਹੈ ਉਹਦੇ ਵਿੱਚ ਹਰੀਸ਼ ਰਾਵਤ ਆਪਣੇ ਫੇਜ਼ 1 ਦੇ ਵਿੱਚ ਤਾਂ ਉਹ ਕਾਮਯਾਬ ਹੋਇਆ ਟੂ ਟੈਕ ਐਕਸਟੈਂਟ ਕਿ ਸੀਐਮ ਵੀ ਹੁਣ ਕਹਿਣ ਲੱਗ ਪਏ ਹੈ ਔਰ ਨਵਜੋਤ ਸਿੱਧੂ ਵੀ ਕਹਿਣ ਲੱਗਿਆ ਕਿ ਸਾਡੇ ਡਿਫਰੈਂਸਿਸ ਇੰਡੀਕੇਟ ਕਰ ਰਹੇ ਕਿ ਸਾਡੇ ਕੋਈ ਡਿਫਰੈਂਸਿਸ ਨਹੀਂ ਹੈ। ਔਰ ਕੱਲ ਸੀਐਮ ਨੇ ਤਾਂ ਇੱਥੇ ਤੱਕ ਕਹਿ ਦਿੱਤਾ ਕਿ ਮੈਨੂੰ ਪਤਾ ਨਹੀਂ ਸੀ ਕਿ ਨਵਜੋਤ ਸਿੰਘ ਸਿੱਧੂ ਦਾ ਬਰਥਡੇ ਪਰਸੋਂ ਹੋਇਆ, ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਵੀ ਜਾ ਕੇ ਮੁਬਾਰਕਬਾਦ ਦੇ ਦੇਣੀ ਸੀ। ਹੁਣ ਗੱਲ ਇਹ ਹੈ ਕਿ ਇਸੀ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਹਰੀਸ਼ ਰਾਵਤ ਉਹ ਜਿੱਦਾਂ ਕਿ ਮੇਰੇ ਫਾਜ਼ਲ ਦੋਸਤ ਨੇ ਦੱਸਿਆ ਉਹ ਪ੍ਰਤਾਪ ਬਾਜਵਾ ਦੇ ਘਰ ਜਾ ਕੇ ਉਹਦੇ ਨਾਲ ਰਾਬਤਾ ਕਰ ਰਹੇ ਹੈ। ਐਂਡ ਆਈ ਥਿੰਕ ਨੈਕਸਟ ਔਨ ਦੀ ਲਿਸਟ ਇਜ਼ ਸ਼ਮਸ਼ੇਰ ਸਿੰਘ ਦੁੱਲੋ। ਤਾਂ ਇਹਨਾਂ ਨੂੰ ਕਿਸੇ ਤਰ੍ਹਾਂ ਇੱਕ ਪਲੇਟਫਾਰਮ 'ਤੇ ਇਕੱਠਾ ਕਰਕੇ ਪਾਰਟੀ ਦਾ ਇੱਕ ਯੂਨਾਈਟਿਡ ਫੇਸ ਕਰਨਾ ਬਹੁਤ ਜ਼ਰੂਰੀ ਹੈ। ਤਾਂ ਉਹਦੇ ਨਾਲ ਇਹ ਪਾਰਟੀ ਹੋਰ ਮਜ਼ਬੂਤ ਹੋਏਗੀ ਔਰ ਵਿਰੋਧੀ ਧਿਰ ਜਿਹੜੇ ਹੈਗੇ ਆ ਜਿਹੜੇ ਕਿ ਕੋਈ ਹੱਥ ਪੈਰ ਮਾਰ ਰਹੇ ਸੀ ਉਹਨਾਂ ਦੇ ਮੇਰੇ ਜਿਹੜੇ ਹੈ ਉਹਨਾਂ ਦੇ ਹੌਸਲੇ ਪਸਤ ਹੋ ਜਾਣਗੇ ਇਲੈਕਸ਼ਨ ਤੋਂ ਪਹਿਲੇ ਹੀ। ਸੋ ਤੁਸੀਂ ਇਹ ਆਪਾਂ ਹੁਣ ਜਿਹੜੀ ਇਹ ਕੰਪੇਅਰ ਕਰ ਲਈਏ ਕਿ ਹਰੀਸ਼ ਰਾਵਤ ਦੇ ਔਰ ਜਿਹੜੀ ਪਹਿਲੀ ਇੰਚਾਰਜ ਰਹੀ ਹੈ ਆਸ਼ਾ ਕੁਮਾਰੀ ਉਹਨਾਂ ਦੇ ਕਾਰਜਸ਼ੈਲੀ 'ਚ ਕੀ ਫਰਕ ਰਿਹਾ। ਆਸ਼ਾ ਕੁਮਾਰੀ ਦਾ ਪਹਿਲੇ ਤਾਂ ਆਪਾਂ ਸਿਆਸੀ ਕਦਕਾਠ ਦੇਖੀਏ ਉਹ ਹਰੀਸ਼ ਰਾਵਤ ਦੇ ਮੁਕਾਬਲੇ 'ਚ ਬਹੁਤ ਘੱਟ ਸੀ। ਔਰ ਦੂਜਾ ਇਹ ਸੀ ਕਿ ਆਸ਼ਾ ਕੁਮਾਰੀ ਇੱਕ ਤਰ੍ਹਾਂ ਦੀ ਇਹ ਕੈਪਟਨ ਅਮਰਿੰਦਰ ਦੇ ਕੈਂਪ 'ਚ ਸ਼ਾਮਿਲ ਹੀ ਹੋ ਗਏ ਸੀ ਔਰ ਹਮੇਸ਼ਾ ਕੈਪਟਨ ਨੂੰ ਇਹ ਡਿਫੈਂਡ ਕਰਦੇ ਸੀ ਔਰ ਨਵਜੋਤ ਸਿੱਧੂ ਜਾਂ ਕਿਸੇ ਵੀ ਹੋਰ ਵਿਰੋਧੀ ਜੋ ਸੁਰ ਉੱਠਦਾ ਸੀ ਉਹਦੇ 'ਤੇ ਧਿਆਨ ਨਹੀਂ ਸੀ ਦਿੰਦੀ। ਦੂਜੇ ਪਾਸੇ ਹਰੀਸ਼ ਰਾਵਤ ਹੈ ਉਹ ਦੇਖੋ 5 ਵਾਰ MP ਰਹਿ ਚੁੱਕੇ ਹੈ ਔਰ ਇਹ ਚੀਫ ਮਿਨਿਸਟਰ ਉੱਤਰਾਖੰਡ 'ਤੇ ਰਹਿ ਚੁੱਕੇ ਹੈ। ਸੋ ਦੋਨਾਂ ਦੇ ਜੋ ਸਿਆਸੀ ਕਦਕਾਠ ਹੈ, ਜੋ ਅਪਰੋਚ ਹੈ, ਜੋ ਸਿਆਸੀ ਸੂਝ-ਬੂਝ ਹੈ, ਉਹ ਦੋਨਾਂ ਦਾ ਫਰਕ ਜਿਹੜਾ ਹੈ ਉਹ ਬੜਾ ਸਾਬਤ ਆ ਗਿਆ। ਜਿਹੜੇ ਬੰਦੇ ਨੇ ਇੱਕ ਸਟੇਟ 5 ਸਾਲ ਚਲਾਈ ਹੋਏ ਉਹਨੂੰ ਪਤਾ ਲੱਗ ਜਾਂਦਾ ਕਿ ਵੀ ਸਿਆਸੀ ਬੰਦਿਆਂ ਨੂੰ ਨਾਲ ਜੋੜਨ ਦੇ ਕੀ ਤਰੀਕੇ ਹੈ। ਮੇਲ ਇਹੀ ਪੁੱਛ-ਪੁੱਛਕਾਰ ਹੀ ਹੁੰਦੀ ਹੈ ਨਾ, ਪੁੱਛ-ਗਿੱਛ ਹੀ ਹੁੰਦੀ ਹੈ। ਉਹ ਇਹੀ ਆ ਕੇ ਇਹੀ ਕਰ ਰਿਹਾ ਨਵਜੋਤ ਸਿੱਧੂ ਨੂੰ ਇਹੀ ਕਹਿ ਰਿਹਾ ਹੈ ਕਿ ਵੀ ਸਾਡੇ ਸਾਰਿਆਂ ਦੇ ਮਫਾਦ ਦੇ ਵਿੱਚ ਇਹੀ ਹੈ ਕਿ ਪਾਰਟੀ ਇਕਜੁੱਟ ਹੋਵੇ। ਜੀ ਇੱਕ ਤਾਲਮੇਲ ਕਮਿਊਨੀਕੇਸ਼ਨ ਹੈ ਜਿਹੜਾ ਆਪਸ ਵਿੱਚ ਬਣਾ ਰਿਹਾ ਹੈ। ਐਗਜ਼ੈਕਟਲੀ ਉਹ ਜਿਹੜਾ 2 ਵੇ ਕਮਿਊਨੀਕੇਸ਼ਨ ਜ਼ਰੂਰੀ ਹੈ। ਔਰ ਜੇ ਤੇਰੀ ਕੋਈ ਗਿਲੇ ਸ਼ਿਕਵੇ ਹੈ ਉਹ ਆਪਾਂ ਸੀਐਮ ਸਾਹਿਬ ਨਾਲ ਬੈਠ ਕੇ ਹੱਲ ਕਰ ਦਾਂਗੇ। ਸੀਐਮ ਸਾਹਿਬ ਨੇ ਡਾਇਰੈਕਟ ਮੀਟਿੰਗ ਵੀ ਕਰਾਈ ਹੈ। ਆਈ ਐਮ ਸ਼ੋਰ ਕਿ ਉਹਦੇ ਵਿੱਚ ਵੀ ਬੜਾ ਅੱਛਾ ਸਿੱਟਾ ਰਿਜ਼ਲਟ ਸਾਡੇ ਸਾਰਿਆਂ ਦੇ ਸਾਹਮਣੇ ਆਇਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਹਰੀਸ਼ ਰਾਵਤ ਆਪਣੇ ਮਿਸ਼ਨ ਦੇ ਵਿੱਚ ਕਾਫੀ ਹੱਦ ਤੱਕ ਕਾਮਯਾਬ ਹੋ ਜਾਣਗੇ। ਜੀ ਜਸਪਾਲ ਢਿੱਲੋਂ ਜਿੱਦਾਂ ਹਰਕਮਲ ਜੀ ਨੇ ਕਮੈਂਟਸ ਕੀਤੇ ਸੀ ਕਿਸਾਨੀ ਦੇ ਮੁੱਦੇ ਨੂੰ ਲੈ ਕੇ ਨਵਜੋਤ ਸਿੱਧੂ ਨੇ ਜਿਹੜਾ ਪਬਲਿਕਲੀ ਇਹ ਗੱਲ ਕਹੀ ਕਿ ਘੱਟੋ ਘੱਟ ਹੈ ਕੀਮਤ ਜਿਹੜਾ ਹੈਗਾ MSP ਜਿਹਦੀ ਆਪਾਂ ਸੰਖੇਪ ਵਿੱਚ ਗੱਲ ਕਰਦੇ ਹਾਂ ਕਣਕ ਤੇ ਝੋਨੇ ਚਾਹੇ 2 ਫਸਲਾਂ ਦੇ ਉੱਤੇ ਹੀ ਹੈ ਉਹਦਾ ਹੀ ਇਹ ਦਲੀਲ ਹੈ ਕਿ ਪੰਜਾਬ ਸਰਕਾਰ ਕਿਉਂ ਨਹੀਂ ਦੇ ਸਕਦੀ। ਬੇਸ਼ੱਕ ਕੈਪਟਨ ਅਮਰਿੰਦਰ ਨੇ ਜਿੱਦਾਂ ਹਰਕਮਲ ਜੀ ਨੇ ਕਿਹਾ ਕਿ ਵਿਰੋਧ ਕੀਤਾ, ਸੋਰਸੇਜ ਨਹੀਂ ਹੈ ਪਰ ਸੋਰਸੇਜ ਜਟਾਉਣ ਦੇ ਲਈ ਵੀ ਆਪਾਂ ਜਾਣਦੇ ਹਾਂ ਨਵਜੋਤ ਸਿੱਧੂ ਪਹਿਲਾਂ ਵੀ ਕਹਿੰਦਾ ਰਿਹਾ ਹੈ ਕਿ ਰੇਤ ਮਾਫੀਆ ਨੂੰ ਨੱਥ ਪਾਈ ਜਾਵੇ, ਸ਼ਰਾਬ ਮਾਫੀਏ ਨੂੰ ਨੱਥ ਪਾਈ ਜਾਵੇ, ਇੱਦਾਂ ਹੀ ਜਿਹੜਾ ਹੈਗਾ ਮੀਡੀਆ ਦਾ ਕੁਝ ਹਿੱਸਾ ਮਾਫੀਆ ਉਹਨੂੰ ਨੱਥ ਪਾਈ ਜਾਵੇ। ਇੱਦਾਂ ਸੋਰਸੇਜ ਮੋਬਿਲਾਈਜੇਸ਼ਨ ਹੋ ਸਕਦੀ ਹੈ। ਜਿੱਦਾਂ ਦੀ ਪੰਜਾਬ ਸਟੇਟ ਦੀ ਸਥਿਤੀ ਇਸ ਵੇਲੇ ਜਸਪਾਲ ਜੀ ਬਣੀ ਹੈ ਕਿਸਾਨੀ ਦੇ ਮੁੱਦੇ ਨੂੰ ਲੈ ਕੇ, ਅਗਰ ਨਵਜੋਤ ਸਿੱਧੂ ਇਹ ਗੱਲ ਹੈ ਕਿ ਨਿਕਲਦਾ ਹੈ ਕਿ ਕੇਂਦਰ ਨਹੀਂ ਖਰੀਦੇਗਾ ਤਾਂ ਅਸੀਂ ਨਾਲ ਖੜੇ ਹਾਂ। ਮੇਰਾ ਖਿਆਲ ਇੱਕੋ ਗੱਲ ਹੀ ਕਿਸਾਨੀ ਦੇ ਲਈ ਬਹੁਤ ਵੱਡੀ ਹੋ ਸਕਦੀ ਹੈ। ਜੀ ਜਸਪਾਲ ਜੀ ਇਸ ਵੇਲੇ ਜਗਤਾਰ ਜੀ ਜਿਹੜੀ ਸਥਿਤੀ ਚੱਲ ਰਹੀ ਹੈ ਉਹ ਸਾਰੇ ਦੀ ਸਾਰੀ 2022 ਨੂੰ ਦੇਖ ਕੇ ਚੱਲ ਰਹੀ ਹੈ। ਮੈਨੂੰ ਲੱਗਦਾ ਕਿ ਪਿਛਲੇ ਸਮੇਂ ਦੌਰਾਨ ਜਿਹੜਾ ਇੱਥੇ ਇੱਕ ਪ੍ਰਸ਼ਾਂਤ ਕਿਸ਼ੋਰ ਆਇਆ ਸੀ ਉਹਨੇ ਵੀ ਇਨਡਾਇਰੈਕਟ ਰੂਪ ਦੇ ਵਿੱਚ ਮੇਰੇ ਸੂਤਰ ਦੱਸਦੇ ਆ ਕਿ ਕਾਂਗਰਸ ਹਾਈ ਕਮਾਂਡ ਕੋਲੇ ਪਹੁੰਚਾਤੀ ਸੀ ਕਿ ਮੌਜੂਦਾ ਸਥਿਤੀ ਵਿੱਚ ਤੁਸੀਂ ਪੰਜਾਬ 'ਚ ਕਾਮਯਾਬ ਨਹੀਂ ਹੋ ਸਕਦੇ, ਤੁਹਾਨੂੰ ਬਦਲਾਅ ਲਿਆਉਣਾ ਪਵੇਗਾ ਤਾਂ ਤੁਸੀਂ ਪੰਜਾਬ 'ਚ ਕਾਮਯਾਬ ਹੋ ਸਕਦੇ। ਇਹ ਮੇਰੇ ਸੋਰਸ ਇਸ ਗੱਲ ਦੀ ਗਵਾਹੀ ਭਰਦੇ ਨੇ। ਹੁਣ ਤੁਸੀਂ ਦੇਖੋ 2022 ਦੇ ਵਿੱਚ ਆ ਰਿਹਾ ਜਿਹੜੀ ਪਾਰਟੀ ਪੰਜਾਬ ਦੇ ਵਿੱਚ ਸਭ ਤੋਂ ਵੱਧ ਕਿਸਾਨੀ ਤੇ ਧਾਰਮਿਕਤਾ ਦੇ ਇਸ਼ੂ ਲੈ ਕੇ ਅੱਗੇ ਜਾਇਆ ਕਰਦੀ ਸੀ ਉਹ ਬੁਰੀ ਤਰ੍ਹਾਂ ਲੜਖੜਾ ਗਈ ਹੈ। ਉਸੇ ਸਥਿਤੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਕਰਤਾਰਪੁਰ ਸਾਹਿਬ ਦੇ ਲਾਂਘਾ ਖਿਲਾਉਣ ਦੇ ਵਿੱਚ ਭੂਮਿਕਾ ਅਦਾ ਕੀਤੀ, ਭਾਵੇਂ ਉਹਨਾਂ ਦੀ ਜੱਫੀ ਚਰਚਾ ਦਾ ਵਿਸ਼ਾ ਬਣੀ, ਪਰ ਉੱਥੋਂ ਦੇ ਜਿਹੜਾ ਫੌਜ ਮੁਖੀ ਸੀਗਾ ਬਾਜਵਾ ਉਹਨੇ ਇਹਨਾਂ ਨੂੰ ਆ ਕੇ ਦੱਸਿਆ, ਉਹਦਾ ਲੋਕਾਂ ਨੇ ਸਵਾਗਤ ਕੀਤਾ। ਜਿੰਨੇ ਲੋਕ ਪਾਕਿਸਤਾਨ ਦੇ ਵਿੱਚ ਗਏ ਉਹਨਾਂ ਨੂੰ ਛੱਡ ਕੇ
ਇਮਰਾਨ ਖਾਨ ਨੇ ਨਵਜੋਤ ਸਿੱਧੂ ਨੂੰ ਇੱਕ ਵੱਖਰੀ ਥਾਂ ਦਿੱਤੀ। ਤੁਹਾਨੂੰ ਯਾਦ ਹੋਣਾ ਆਪਾਂ ਇੱਕ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ ਕਿ ਇਸ ਵੇਲੇ ਚਾਰੇ ਪਾਸਿਓਂ ਜਿਹੜਾ ਪੰਜਾਬ ਦਾ ਖਜ਼ਾਨਾ ਹੈ ਉਹਦੇ ਵੱਡੇ ਵੱਡੇ ਮਗੋਰੇ ਪਏ ਹੋਏ ਨੇ। ਪੰਜਾਬ ਦੇ ਖਜ਼ਾਨੇ ਦੇ ਵਿੱਚ ਇੱਕ ਢੇਲੀ ਟਿਕਦੀ ਨਹੀਂ। ਜਿਹੜੀ ਗੱਲ ਨਵਜੋਤ ਸਿੱਧੂ ਨੇ ਕਿਹਾ, ਅੱਜ ਵੀ ਪਠਾਨਕੋਟ ਦੇ ਵਿੱਚ 8000 ਰੁਪਇਆ ਵਸੂਲ ਕੇ 800 ਦੀ ਪਰਚੀ ਕੱਟੀ ਜਾਂਦੀ ਆ ਇੱਕ ਟਿੱਪਰ ਦੀ। ਇਹ ਸ਼ਰੇਆਮ ਉੱਥੋਂ ਦੇ ਲੋਕ ਦੋਸ਼ ਲਾਉਂਦੇ ਨੇ। ਇਹੀ ਗੱਲਾਂ ਤਾਂ ਨਵਜੋਤ ਸਿੱਧੂ ਨੇ ਕੀਤੀਆਂ ਸੀ ਕਿ ਜੇ ਤੇਲੰਗਾਨਾ ਵਰਗਾ ਜਿਹੜਾ ਕੱਲ ਰਾਜ ਬਣਿਆ ਹੈਗਾ ਉਹ 10,000 ਕਰੋੜ ਤੋਂ ਵੱਧ ਦੀ ਆਬਕਾਰੀ ਨੀਤੀ ਤੋਂ ਕਮਾਈ ਕਰ ਸਕਦਾ ਤਾਂ ਪੰਜਾਬ ਦੇ ਕਿਹੜੀ ਗੋਲੀ ਵੱਜੀ ਹੈ। ਕਰੋਨਾ ਵਾਲੀ ਸਮੱਸਿਆ ਆਈ 23 ਮਾਰਚ ਨੂੰ, ਜਦੋਂ ਪ੍ਰਧਾਨ ਮੰਤਰੀ ਨੇ ਜਨਤਾ ਕਰਫਿਊ ਲਾਇਆ। 24 ਮਾਰਚ ਤੋਂ ਅਸੀਂ ਕਰਫਿਊ ਲਾਤਾ। ਇੱਕ 7 ਦਿਨਾਂ ਦੀ ਕਾਰਗੁਜ਼ਾਰੀ ਨੂੰ 358 ਦਿਨਾਂ ਦੇ ਵਿੱਚ ਬਝੋਲ ਕੇ ਰੱਖਤਾ। ਇਹਨਾਂ ਨੇ ਟਾਰਗੇਟ ਲਿਆ ਸੀ ਕਿ 6,000 ਕਰੋੜ ਅਸੀਂ ਐਕਟੀ ਆਬਕਾਰੀ ਨੀਤੀ ਤੋਂ ਇਕੱਠਾ ਕਰਾਂਗੇ। ਉਹ ਪਿਛਲਾ ਟਾਰਗੇਟ ਵੀ ਇਹਨਾਂ ਦਾ ਪੂਰਾ ਨਹੀਂ ਹੋਇਆ। ਇਸੇ ਤਰ੍ਹਾਂ ਰੇਤ ਮਾਫੀਆ, ਇਸੇ ਤਰ੍ਹਾਂ ਟਰਾਂਸਪੋਰਟ ਮਾਫੀਆ, ਇਸੇ ਤਰ੍ਹਾਂ ਕੇਬਲ ਮਾਫੀਆ। ਜੇ ਇਹਨਾਂ ਸਾਰਿਆਂ ਦੀ ਜੋ ਕੈਲਕੂਲੇਸ਼ਨ ਕਰਕੇ ਨਵਜੋਤ ਸਿੱਧੂ ਨੇ ਦਿੱਤੀ ਹੈ ਕਿ ਇਹ ਇਕੱਠਾ ਕਰ ਲਿਆ ਜਾਵੇ ਤਾਂ ਪੰਜਾਬ ਦਾ ਜਿਹੜਾ ਖਜ਼ਾਨਾ ਇਸ ਵੇਲੇ ਰੁੜਿਆ ਪਿਆ ਉਹ ਕਿਸੇ ਤਰ੍ਹਾਂ ਇਕੱਠਾ ਹੋ ਸਕਦਾ। ਇਹ ਚੀਜ਼ਾਂ ਲੋਕਾਂ ਦੇ ਵਿੱਚ ਘਰ ਕੀਤੀਆਂ ਹੋਈਆਂ ਨੇ ਕਿ ਇਸ ਬੰਦੇ ਤੇ ਅੱਜ ਤੱਕ ਭਾਵੇਂ ਉਹ MP ਰਿਹਾ, ਭਾਵੇਂ ਮੰਤਰੀ ਮੰਡਲ ਦੇ ਵਿੱਚ ਵੀ ਰਿਹਾ, 1 ਰੁਪਏ ਦਾ ਰਵਾਦਾਰ ਨਹੀਂ। ਉਲਟਾ ਉਹਦੀਆਂ 3 ਗੱਲਾਂ ਮੈਂ ਫਿਰ ਰਿਪੀਟ ਕਰਦਾ ਜਿਹਦੇ ਕਰਕੇ ਲੋਕਾਂ ਦੇ ਵਿੱਚ ਉਹਦੀ ਚਰਚਾ ਹੈ। ਪਹਿਲੀ ਵਾਰ 13 ਮਾਰਚ ਨੂੰ ਸਰਕਾਰ ਸਹੁੰ ਚੁੱਕਦੀ ਹੈ 2017 ਦੇ ਵਿੱਚ। 23 ਮਾਰਚ ਨੂੰ ਉਹ ਭਗਤ ਸਿੰਘ ਦੇ ਖਟਕੜ ਕਲਾਂ ਦੇ ਵਿੱਚ ਸਮਾਗਮ ਦੇ ਉੱਤੇ ਜਾਂਦਾ ਹੈ। ਉਹਦੇ ਅਜਾਇਬ ਘਰ ਦੀ ਬਿਜਲੀ ਕੱਟੀ ਹੋਈ ਸੀ, 4.5 ਲੱਖ ਰੁਪਇਆ ਬਿਜਲੀ ਬੋਰਡ ਦਾ ਭਰਨਾ ਸੀ। ਤਾਂ ਨਵਜੋਤ ਸਿੱਧੂ ਨੇ ਆਪਦੀ ਜੇਬ ਦੇ ਵਿੱਚੋਂ 4.5 ਲੱਖ ਰੁਪਇਆ ਭਰ ਕੇ ਉਹਦਾ ਕਨੈਕਸ਼ਨ ਜੜਵਾਇਆ। ਜਿਹੜੇ ਟਾਰਾਂ ਕਰਦੇ ਆ ਵੀ 10-10 ਸਾਲ ਅਸੀਂ ਰਾਜ ਕੀਤਾ, ਉਹਨਾਂ ਵਾਸਤੇ ਸ਼ਰਮ ਦੀ ਗੱਲ ਨਹੀਂ ਸੀ ਕਿ ਜਿਹੜੇ ਸ਼ਹੀਦੇ ਆਜਮ ਭਗਤ ਸਿੰਘ ਦੇ ਨਾਂ ਤੇ ਅਸੀਂ ਸਿਆਸੀ ਰੋਟੀਆਂ ਸੇਕਦੇ ਹਾਂ, ਉਹਦਾ ਅਜਾਇਬ ਘਰ ਦਾ ਕਨੈਕਸ਼ਨ ਕੱਟਿਆ ਹੋਵੇ। ਫਿਰ 10 ਕਿਸਾਨਾਂ ਦੇ ਅੰਮ੍ਰਿਤਸਰ ਦੇ ਵਿੱਚ ਕਣਕ ਦੇ ਖੇਤਾਂ ਨੂੰ ਅੱਗ ਲੱਗੀ। ਉਸੇ ਸਾਲ ਉਹਨੇ 2.5 ਲੱਖ ਰੁਪਇਆ ਆਪਣੀ ਜੇਬ ਚੋਂ ਦਿੱਤਾ, 25 ਲੱਖ ਰੁਪਇਆ। ਤੀਜੀ ਚੀਜ਼ ਆਈ ਪ੍ਰੋਫੈਸਰ ਅਜਮੇਰ ਸਿੰਘ ਔਲਖ, ਜਿਹੜੇ ਨਾਟਕਕਾਰ ਸੀ ਮਾਨਸਾ ਤੋਂ, ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਸੀ। 8 ਲੱਖ ਰੁਪਇਆ ਉਹਨਾਂ ਦਾ ਪੇ ਵੀ ਨਵਜੋਤ ਸਿੰਘ ਸਿੱਧੂ ਨੇ ਕੀਤਾ। ਭਾਵੇਂ ਜਿਹੜਾ ਫਾਟਕ ਵਾਲਾ ਸੀਗਾ ਦੁਸ਼ਹਿਰੇ ਵਾਲਾ ਮਾਮਲਾ ਪਿਛਲੇ ਸਾਲ ਵਾਲਾ, ਉਹਦੇ ਵਿੱਚੋਂ ਚਰਚਾ ਦਾ ਵਿਸ਼ਾ ਰਿਹਾ, ਪਰ ਉਹ ਕਹਿੰਦਾ ਵੀ ਮੈਂ ਅਜੇ ਵੀ ਉਹਨਾਂ ਪਰਿਵਾਰਾਂ ਦੇ ਬੱਚਿਆਂ ਨੂੰ ਫੀਸ ਵਗੈਰਾ ਅਦਾ ਕਰ ਰਿਹਾ। ਇਸੇ ਤਰ੍ਹਾਂ ਜਿਹੜਾ ਉਹਨੇ ਲਾਕਡਾਊਨ ਦੇ ਵਿੱਚ ਕੰਮ ਕੀਤਾ, ਤੁਹਾਨੂੰ ਯਾਦ ਹੋਊਗਾ ਕਿ ਬਾਈਬਲ ਕਲਾਂ ਦੇ ਗੋਲੀ ਕਾਂਡ ਦੇ ਵਿੱਚ ਜਿਹੜੇ ਰੁਪਿੰਦਰ ਤੇ ਜਸਵਿੰਦਰ 2 ਭਰਾ ਸੀ, ਉਹ ਰਾਸ਼ਨ ਲੈ ਕੇ ਪੰਜਾਬ ਦੇ ਕਿਸੇ ਕੋਲ ਨਹੀਂ ਗਏ, ਨਵਜੋਤ ਸਿੱਧੂ ਕੋਲੇ ਗਏ ਸੀ। ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਆਪਾਂ ਖੁੱਡਾਂ ਦੇ ਉੱਤੇ ਬਹਿੰਦੇ ਹਾਂ, ਤੁਸੀਂ ਵੀ ਬਠਿੰਡੇ ਜ਼ਿਲ੍ਹੇ ਨਾਲ ਖੁੱਡ ਚਰਚਾ ਆਪਣੇ ਪਿੰਡਾਂ ਦੀ ਬਹੁਤ ਮਸ਼ਹੂਰ ਹੈ। ਤੁਸੀਂ ਆਮ ਲੋਕਾਂ ਦੇ ਭੋਗਾਂ ਤੇ ਜਾ ਕੇ ਦੇਖੋ ਕਿ ਉੱਥੇ ਉਹ ਗੱਲ ਨਵਜੋਤ ਸਿੱਧੂ ਦੀ ਕਰਦੇ ਆ, ਜਿਹੜੀ ਮੇਰੇ ਦੋਨੇ ਭਰਾਵਾਂ ਨੇ ਗੱਲ ਕੀਤੀ ਹੈ ਕਿ ਇਸ ਵੇਲੇ ਹਰੀਸ਼ ਰਾਵਤ ਇੱਕ ਹੰਡੇ ਵਰਤੇ ਤੇ ਬਹੁਤ ਵੱਡੇ ਸਿਆਸਤਦਾਨ ਨੇ। ਜਿਹੜੀ ਆਸ਼ਾ ਕੁਮਾਰੀ ਸੀ ਉਹ ਤਾਂ ਅਮਰਿੰਦਰ ਸਿੰਘ ਦੀ ਟੀਮ ਦੀ ਹੀ ਇੱਕ ਮੈਂਬਰ ਬਣ ਕੇ ਰਹਿ ਗਈ ਸੀ। ਉਹਨੂੰ ਭੇਜਿਆ ਤਾਂ ਇਹ ਗਿਆ ਸੀ ਕਿ ਉਹ ਸਰਕਾਰ ਤੇ ਪਾਰਟੀ ਕੜੀ ਦਾ ਕੰਮ ਕਰਕੇ ਇਹਨਾਂ ਨੂੰ ਜੋੜੇ, ਉਹ ਨਹੀਂ ਕਰ ਸਕੇ। ਸਗੋਂ ਨਵਜੋਤ ਦੁੱਲੋਂ ਬਾਜਵਾ ਸਾਹਿਬ ਦੇ ਜਿਹੜੇ ਡਿਫਰੈਂਸ ਸੀ ਉਹ ਹੋਰ ਵਧਾ ਦਿੱਤੇ ਗਏ। ਬਾਜਵਾ ਸਾਹਿਬ ਨੇ ਮੁੱਖ ਮੰਤਰੀ ਤੇ ਰਾਵਤ ਸਾਹਿਬ ਦੀ ਹਾਜ਼ਰੀ ਦੇ ਵਿੱਚ ਫਰਾਂਸ ਵਾਲਾ ਪਿੰਡ ਦੇ ਵਿੱਚ ਕਿਹਾ ਸੀ ਕਿ ਇਹ ਕਿਸਾਨੀ ਇਸ਼ੂ ਹੈ, ਕਿਸਾਨੀ ਇਸ਼ੂ ਦੇ ਉੱਤੇ ਅਸੀਂ ਜ਼ੋਰ ਸ਼ੋਰ ਦੇ ਨਾਲ ਲੜਾਂਗੇ, ਭਾਵੇਂ ਪਹਿਲਾਂ ਸਾਡੇ ਜਿਹੜੀ ਵਿਚਾਰਕ ਮਤਭੇਦ ਸੀ ਤੇ ਹੁਣ ਵੀ ਹੈਗੀ ਹੈ, ਪਰ ਇਸ ਇਸ਼ੂ ਦੇ ਉੱਤੇ ਸਾਰੇ ਇਕੱਠੇ ਆ। ਇਹ ਇੱਕ ਰਾਈਟ ਟਾਈਮ ਹੈ। ਪੰਜਾਬ ਖੇਤੀ ਆਧਾਰਿਤ ਸੂਬਾ ਹੈ। ਜੇ ਖੇਤੀ ਆਧਾਰਿਤ ਸੂਬੇ ਦੇ ਵਿੱਚ ਇੱਕ ਮਿੰਟ ਆਪਣਾ ਜਗਤਾਰ ਜੀ, ਜਿਵੇਂ ਇਸ ਵੇਲੇ ਜਿਹੜੀ ਮੁੱਖ ਵਿਰੋਧੀ ਪਾਰਟੀ ਹੈ ਅਕਾਲੀ ਦਲ, ਉਹ ਧਾਰਮਿਕ ਤੌਰ ਤੇ ਵੀ ਉਲਝਿਆ ਪਿਆ, ਉਹ ਕਿਸਾਨੀ ਮੁੱਦੇ ਤੇ ਵੀ ਉਲਝਿਆ ਪਿਆ ਹੈਗਾ। ਅਜਿਹੀ ਸਥਿਤੀ ਦੇ ਵਿੱਚ ਜੇ ਕਾਂਗਰਸ ਹਾਈ ਕਮਾਂਡ ਸਾਰਿਆਂ ਨੂੰ ਇਕਜੁੱਟਤਾ ਦੇ ਨਾਲ ਅੱਗੇ ਲਾ ਕੇ ਤੁਰ ਜਾਂਦੀ ਹੈ ਤਾਂ ਮੈਨੂੰ ਲੱਗਦਾ ਕਿ 2022 ਦੇ ਵਿੱਚ ਇਹਨਾਂ ਦੀ ਕਾਰਗੁਜ਼ਾਰੀ ਕੋਈ ਚੰਗੀ ਸਾਬਤ ਹੋ ਸਕਦੀ ਹੈ। ਓਕੇ ਕਮਲ ਜੀ, ਲਾਸਟ ਕਮੈਂਟ ਜਿਹੜਾ ਜਸਪਾਲ ਜੀ ਨੇ ਜਿੱਥੇ ਗੱਲ ਛੱਡੀ ਹੈ ਕਾਂਗਰਸ ਹਾਈ ਕਮਾਂਡ ਬਾਰੇ ਅਕਸਰ ਇਹ ਵੀ ਕਿਹਾ ਜਾਂਦਾ ਹੈ ਕਿ ਜੇ ਉਹ ਫੈਸਲਾ ਕਰ ਲੈਂਦੇ ਹੈ, ਫਿਰ ਚਾਹੇ ਕੈਪਟਨ ਅਮਰਿੰਦਰ ਹੋਵੇ ਜਾਂ ਕੋਈ ਹੋਰ ਸੀਨੀਅਰ ਨੇਤਾ ਹੋਵੇ, ਸਾਰਿਆਂ ਨੂੰ ਉਹਨਾਂ ਦੀ ਗੱਲ ਮੰਨਣੀ ਪੈਂਦੀ ਹੈ
ਕਾਂਗਰਸ ਹਾਈ ਕਮਾਂਡ ਦਾ ਘੱਟੋ ਘੱਟ ਬੇਸ਼ੱਕ ਰਾਸ਼ਟਰੀ ਪ੍ਰਸਿੱਧੀਆਂ ਕੌਮੀ ਪੱਧਰ ਤੇ ਕਿਹੋ ਜਿਹੀਆਂ ਵੀ ਨਜ਼ਰ ਆ ਰਹੀਆਂ, ਪਰ ਇੰਨੀ ਗੱਲ ਪਾਰਟੀ ਦੇ ਅੰਦਰ ਉਹਨਾਂ ਨੇ ਅਨੁਸ਼ਾਸਨ ਆਪਣਾ ਰੱਖਿਆ ਵਾ। ਹਰਕਮਲ ਜੀ, ਲਾਸਟ ਕਮੈਂਟ। ਜਗਤਾਰ ਜੀ, ਸਾਨੂੰ ਸਾਰਿਆਂ ਨੂੰ ਪਤਾ ਹੈ ਇਸ ਵੇਲੇ ਜਿਹੜੇ ਪੰਜਾਬ 'ਚ ਕਾਂਗਰਸ ਦੇ ਐਮਐਲਏ ਨੇ, ਜੇ ਅਸੀਂ ਕੁਝ ਨੂੰ ਛੱਡ ਦਈਏ, ਬਾਕੀ ਸਾਰੇ ਲੁੱਟ 'ਚ ਲੱਗੇ ਨੇ। ਰੇਤ ਬਜਰੀ ਉਹ ਵੀ ਲੁੱਟ ਰਹੇ ਨੇ, ਕੇਬਲ ਤੋਂ ਪੈਸੇ ਉਹ ਵੀ ਲੈ ਰਹੇ ਨੇ, ਸ਼ਰਾਬ ਮਾਫੀਏ ਦਾ ਹਿੱਸਾ ਉਹ ਵੀ ਹੈਗੇ ਨੇ। ਔਰ ਨਵਜੋਤ ਨੇ ਸਰ ਮੈਂ ਵਿੱਚੋਂ ਇੱਕ ਗੱਲ ਮੈਂ ਵੀ ਜ਼ਰੂਰ ਐਡ ਕਰਨੀ ਚਾਹਾਂਗਾ ਤੁਹਾਡੇ ਲਈ ਕਿ ਜਿਹੜੀਆਂ ਦੂਜੇ ਰਾਜਾਂ ਤੋਂ ਝੋਨਿਆਂ ਦੀਆਂ ਜਿਹੜੀਆਂ ਗੱਡੀਆਂ ਭਰ ਕੇ ਆ ਰਹੀਆਂ ਪੰਜਾਬ 'ਚ ਵਿਕਰੀ ਲਈ, ਇਹ ਵੀ ਦੋਸ਼ ਲੱਗ ਰਿਹਾ ਹੈ ਕਿ ਉਹਨਾਂ 'ਚ ਕੁਝ ਐਮਐਲਏ ਹੈ ਜਿਹੜੀਆਂ ਦੂਜੇ ਰਾਜਾਂ ਤੋਂ ਸਸਤਾ ਝੋਨਾ ਖਰੀਦ ਕੇ ਪੰਜਾਬ 'ਚ ਵੇਚ ਰਹੇ ਆ। ਆਹ ਹਾਲ ਹੈ ਪੰਜਾਬ ਦਾ। ਐਮਐਲਏ ਵੀ ਇਨਵੋਲਵ ਹੈਗੇ ਨੇ, ਫੂਡ ਡਿਪਾਰਟਮੈਂਟ ਜਿਹੜਾ ਉਹ ਟੋਟਲੀ ਇਨਵੋਲਵ ਹੈਗਾ, ਨਾਲ ਪੁਲਿਸ ਵੀ ਨਾਲ ਇਨਵੋਲਵ ਹੈ, ਸਾਰਿਆਂ ਦੀ ਰਜ਼ਾਮੰਦੀ ਨਾਲ ਚੱਲ ਰਿਹਾ ਕੰਮ। ਸੋ ਇਹ ਗੱਲਾਂ ਜਿਹੜੀਆਂ ਕਾਂਗਰਸ ਹਾਈ ਕਮਾਂਡ ਨੂੰ ਵੀ ਪਤਾ ਨੇ। ਨਵਜੋਤ ਇਹਨਾਂ ਗੱਲਾਂ ਦਾ ਓਪਨਲੀ ਅੱਜ ਤੱਕ ਵਿਰੋਧ ਵੀ ਕਰਦਾ ਰਿਹਾ, ਤੇ ਜੇ ਮੈਨੂੰ ਲੱਗਦਾ ਉਹਨੂੰ ਕੱਲ ਨੂੰ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਏ ਤੇ ਇਹ ਸੋਚਿਆ ਜਾਏ ਕਿ ਉਹ ਇਹੋ ਜਿਹੇ ਡਾਕੂ ਚੋਰਾਂ ਦੀ ਮਦਦ ਕਰੇਗਾ, ਜਾ ਕੇ ਉਹਨਾਂ ਲਈ ਕੰਪੇਨ ਕਰੇਗਾ, ਮੈਨੂੰ ਔਖਾ ਲੱਗਦਾ। ਮੈਨੂੰ ਜੋ ਨਜ਼ਰ ਆ ਰਿਹਾ ਹੈ ਕਿ ਜੇ ਕਾਂਗਰਸ ਹਾਈ ਕਮਾਂਡ ਨੇ ਇਹ ਫੈਸਲਾ ਕਰ ਲਿਆ ਕਿ ਨਵਜੋਤ ਨੂੰ ਅਸੀਂ ਕੋਈ ਜ਼ਿੰਮੇਵਾਰੀ ਪਾਰਟੀ 'ਚ ਅਹਿਮ ਦੇਣੀ ਹੈ ਔਰ ਉਹਦਾ ਨੈਕਸਟ ਇਲੈਕਸ਼ਨ 'ਚ ਫਾਇਦਾ ਉਠਾਉਣਾ ਹੈ ਔਰ ਉਹਦੇ ਕ੍ਰਿਸਮੇ ਦਾ ਫਾਇਦਾ ਉਠਾਉਣਾ ਹੈ, ਮੇਰੇ ਖਿਆਲ 'ਚ ਜਿਹੜੀਆਂ ਉਹਦੀਆਂ ਬਾਕੀ ਮੰਗਾਂ ਸੀ ਕਿ ਤੁਸੀਂ ਇਹੋ ਜਿਹੇ ਲੋਕ ਚੇਂਜ ਕਰੋ, ਇਹੋ ਜਿਹੇ ਕੈਂਡੀਡੇਟ ਚੇਂਜ ਕਰੋ, ਕੋਈ ਤੁਹਾਨੂੰ 40-50 ਕੈਂਡੀਡੇਟ ਵੀ ਚੇਂਜ ਕਰਨੇ ਪੈਣਗੇ। ਮੈਨੂੰ ਲੱਗਦਾ ਕਿ ਤੁਸੀਂ ਸਮਝ ਲਓ ਕਿ 2022 ਦੀਆਂ ਇਲੈਕਸ਼ਨਾਂ ਲਈ ਬਹੁਤ ਅਹਿਮ ਤਬਦੀਲੀਆਂ ਦੀ ਆਸ ਕੀਤੀ ਜਾ ਸਕਦੀ ਹੈ। ਕਾਂਗਰਸ ਹਾਈ ਕਮਾਂਡ ਕੱਲ ਨੂੰ ਆਪਣੇ ਕੈਂਡੀਡੇਟਸ ਵੀ ਚੇਂਜ ਕਰ ਸਕਦੀ ਹੈ ਬਹੁਤ ਸਾਰੀਆਂ ਥਾਵਾਂ ਤੋਂ। ਔਰ ਜਿਹੜਾ ਲੀਡਰਸ਼ਿਪ ਦਾ ਮੁੱਦਾ ਹੈਗਾ, ਕਿਉਂਕਿ ਇਹ ਵੀ ਮਹਿਸੂਸ ਕੀਤਾ ਜਾਂਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਿੱਥੇ ਕਈ ਗੱਲਾਂ 'ਚ ਬਹੁਤ ਕਾਮਯਾਬ ਹੋਏ ਨੇ, ਉਹ ਆਪਣਾ ਐਡਮਿਨਿਸਟ੍ਰੇਸ਼ਨ ਸਾਫ਼ ਸੁਥਰਾ ਰੱਖਣ 'ਚ ਬਹੁਤ ਬੁਰੀ ਤਰ੍ਹਾਂ ਫੇਲ ਵੀ ਹੋਏ ਨੇ। ਔਰ ਜਿਹੜੀ ਮੇਨ ਇਸ਼ੂ ਸੀ, ਇਹ ਜਿਹੜੇ ਮਾਫੀਆ ਨੂੰ ਕੰਟਰੋਲ ਕਰਨ ਵਾਲੇ, ਉਹਦੇ 'ਚ ਉਹਨਾਂ ਨੂੰ ਕੋਈ ਕਾਮਯਾਬੀ ਨਹੀਂ ਮਿਲੀ ਜਾਂ ਉਹਨਾਂ ਨੇ ਇਸ ਪਾਸੇ ਕੋਈ ਕੰਮ ਨਹੀਂ ਕੀਤਾ ਹੈਗਾ। ਸੋ ਕੱਲ ਨੂੰ ਉਹਨਾਂ ਦੇ ਵੀ ਕਿੰਤੂ ਪਰੰਤੂ ਹੋ ਸਕਦੀ ਹੈ ਅਗਲੀ ਇਲੈਕਸ਼ਨ ਲੀਡ ਕਰਨ ਤੋਂ ਪਹਿਲਾਂ। ਔਰ ਇਹ ਦੇਖਣਾ ਹੋਏਗਾ ਕਿ ਕੱਲ ਨੂੰ ਇਲੈਕਸ਼ਨ ਲੀਡ ਕੌਣ ਕਰੇਗਾ ਔਰ ਉਹਦੇ 'ਚ ਉਸ ਇਲੈਕਸ਼ਨ 'ਚ ਕਿਹਦੀ ਸੁਣਵਾਈ ਹੋਏਗੀ ਔਰ ਕਿਹਦੀ ਰਹਿਨੁਮਾਈ ਔਰ ਕਿਹਦੀ ਸਲਾਹ ਦੇ ਨਾਲ ਇਲੈਕਸ਼ਨ ਲਈ ਤਿਆਰੀ ਕੀਤੀ ਜਾਏਗੀ। ਮਿਹਰਬਾਨੀ। ਮੈਂ ਆਪਣੇ ਤਿੰਨੇ ਹੀ ਸੀਨੀਅਰ ਜਰਨਲਿਸਟਾਂ ਦਾ ਜਸਪਾਲ ਢਿੱਲੋਂ, ਹਰਕਮਲ ਜੀ, ਪ੍ਰਾਸ਼ਰ ਜੀ ਬਹੁਤ ਧੰਨਵਾਦੀ ਹਾਂ ਜਿਹੜੇ ਮੇਰੀ ਬੇਨਤੀ ਪ੍ਰਵਾਨ ਕਰਕੇ ਆਏ ਤੇ ਜਿਨ੍ਹਾਂ ਨੇ ਸੱਚ ਦੀ ਪੇਸ਼ਕਾਰੀ ਆਪਣੇ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤੀ ਹੈ। ਜਿੱਦਾਂ ਹਮੇਸ਼ਾ ਹੀ ਕਹਿਣਾ ਹੁੰਦਾ ਹੈ, ਉਮੀਦ ਹੈ ਦਰਸ਼ਕਾਂ ਨੂੰ ਵੀ ਪਸੰਦ ਆਏਗੀ, ਕਿਉਂਕਿ ਪੰਜਾਬ ਦੀ ਸੱਚ ਦੀ ਆਵਾਜ਼ ਹੈ ਤਾਂ ਸਾਰਿਆਂ 'ਚ ਜਾਣੀ ਵੀ ਚਾਹੀਦੀ ਹੈ। ਤੁਸੀਂ ਆਪਣੇ ਜਿਹੜੇ ਵੱਖ-ਵੱਖ ਜਿਹੜੇ ਕਮਿਊਨੀਕੇਸ਼ਨ ਦੇ ਸੋਰਸਸ ਹੈ ਉਹਨਾਂ ਤੇ ਸ਼ੇਅਰ ਵੀ ਕਰੋਗੇ। ਇਹਦੇ ਨਾਲ ਹੀ ਜਿੱਥੇ ਮੈਂ ਤੁਹਾਡੇ ਸਾਰਿਆਂ ਵੱਲੋਂ ਇੱਕ ਵਾਰ ਮੁੜ ਕੇ ਤਿੰਨੇ ਸੀਨੀਅਰ ਜਰਨਲਿਸਟਾਂ ਦਾ ਧੰਨਵਾਦੀ ਹਾਂ, ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਤੁਸੀਂ ਹੈਰਾਨ ਤੇ ਜ਼ਰੂਰ ਹੋ ਰਹੇ ਹੋ ਕਿ ਇੱਕ ਬੰਦਾ ਪੈਂਟ ਕਮੀਜ਼ ਪਾ ਕੇ ਟਰੈਕਟਰ ਚਲਾ ਰਿਹਾ ਹੈ, ਖੇਤੀ ਕਰ ਰਿਹਾ ਹੈ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।